ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਵਿਦੇਸ਼ ਅਤੇ ਕਰਨਾ ਚਾਹੁੰਦੇ ਹੋ ਆਪਣੇ ਸੁਪਨਿਆਂ ਨੂੰ ਸਾਕਾਰ ਤਾਂ ਪਿਰਾਮਿਡ ਈ ਸਰਵਿਸਿਜ਼ ਕਰ ਰਿਹਾ ਹੈ ਤੁਹਾਡਾ ਇੰਤਜ਼ਾਰ। ਪਿਰਾਮਿਡ ਈ ਸਰਵਿਸਿਜ਼ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ। ਇਸ ਦੀ ਗਵਾਹੀ ਦੇ ਰਹੇ ਹਨ ਉਹ ਹਜ਼ਾਰਾਂ ਵਿਦਿਆਰਥੀ ਜੋ 2013 ਇਨਟੇਕ ਵਿੱਚ ਵਿਦੇਸ਼ ਜਾ ਕੇ ਆਪਣੇ ਪੜ੍ਹਾਈ ਦੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹਨ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 6A ਬਿਹਾਈਂਡ ਕਿੰਗਸ ਹੋਟਲ ਗੜਾ ਰੋਡ ਜਲੰਧਰ ਅਤੇ ਕਾਲ ਕਰੋ 7350030006 9216003006। पिरामिड ई सर्विसेज शेपिंग करियर्स। वादे के मुताबिक मैं रणवीर सिंह एक बार फिर तुहाडी खिदमत दे विच हाज़र हाँ। पिछले एतवार तुहाडे नाल वादा कीता सी कि IPP नूं डिटेल दे विच गल करांगे ते नालों नाल सैप्टेंबर इनटेक कैनेडा बारे काफ़ी सारे सवाल रह गए सी। समय की घाट सीगी, विद्यार्थियों ने कुछ सवाल अपने वल्लों भेजे ने, कुछ मेरे वल्लों ने, कुछ बबनूर जी लैके ने विद्यार्थियों दी समस्यावां रिफ्यूजल्स नूं लैके उन्हां नूं साझा करन दी कोशिश करांगे। सो शुरुआत थोड़ी जी हटके करांगे, IPP तो शुरुआत करांगे, उस तो बाद कैनेडा वाल आवांगे। शुरुआत दे विच IPP बेसिकली की है, लॉन्च क्यों किया गया, इस तरह का एक मुढ़ला जो सवाल है इत्थों शुरुआत करेंगे। पिरामिड तो बबनूर जी नाल ने, स्वागत है तुहाडा। धन्यवाद जी। अगे प्रदेश के सारे दर्शकों को प्यार भरा सत श्री अकाल। IPP की गल हुई है, जिस तरह काफ़ी बार इस मंच पर डिस्कस कर चुके हैं, पर विद्यार्थियों के जेहन च अज भी वो चीज़ गड़ चुकी है। जिस तरह असीं गल कर रहे हैं ऑफ द रिकॉर्ड, पिछले एतवार भी बैठे सी कि IPP नूं उवें लिया जा रहा है कि एक मैंडेटरी है, एक लाजमी है, एक मजबूरी बन गई है दाखिला लेना साडी। हालांकि वो उस तरह की पॉलिसी नहीं है, एक हटके है। देखो IPP की है इंडस्ट्री पार्टनरशिप प्रोग्राम, ਜਿਹੜੇ इंस्टीट्यूट ਜਿਹੜੇ गवर्नमेंट कॉलेजेस या यूनिवर्सिटीज़ ਨੂੰ ज़्यादा प्रमोट नहीं किया जाता सी, जिन्हां ਨੂੰ ज़्यादा स्टूडेंट्स नहीं जानते सी, फीस ਵੱਧ होने करके पढ़ाई औखी होने करके ਉਹਨਾਂ ਨੂੰ ਇਹਨਾਂ ਨੇ हाईलाइट करने ਲਈ जिद्दां SPP ਵਿੱਚ 42 इंस्टीट्यूट्स ਇਹਨਾਂ ने लैके आ गए। ਆਸਟ੍ਰੇਲੀਆ SVP आया, SVP ਵਿੱਚ 40-41 यूनिवर्सिटीज़ आ गई, ਉਹਨਾਂ ਨਾਲ ਫਰਦਰ 200-250 ਕਾਲਜਸ ਆ ਗਏ। ਸੋ ਨਿਊਜ਼ੀਲੈਂਡ ਕਹਿੰਦਾ ਕਿ ਆਪਾਂ ਪਿੱਛੇ ਕਿਉਂ ਰਹੀਏ, ਆਪਾਂ ਵੀ ਕੁਛ ਨਾ ਕੁਛ ਤੁਹਾਡੇ ਲਈ ਲੈ ਕੇ ਆਵਾਂਗੇ। ਜਿਹੜੇ ਗਵਰਨਮੈਂਟ ਸਕੂਲਸ ਹੈ ਉਹਨਾਂ ਨੂੰ ਪ੍ਰਮੋਟ ਕਰਨ ਲਈ ਕੋਈ ਨਾ ਕੋਈ ਸਕੀਮ ਲੈ ਕੇ ਆਵਾਂਗੇ ਜਿਹਨੂੰ ਲੋਕ ਜਾਣਨ ਲੱਗ ਪੈਣ, ਟਾਕ ਸ਼ੋਜ਼ ਵਿੱਚ ਗੱਲਾਂ ਹੋਣ, ਅਖਬਾਰਾਂ ਵਿੱਚ ਸਾਡੀ ਬਾਰੇ IPP ਬਾਰੇ ਇਨਫੋਰਮੇਸ਼ਨ ਆਵੇ। ਸੋ ਬੇਸਿਕਲੀ IPP ਕੁਛ ਨਹੀਂ ਹੈ, ਇੱਕ ਵੀਜ਼ਾ ਪ੍ਰੋਸੈਸਿੰਗ ਮੈਥਡ ਹੈ ਉਹਨਾਂ ਫੇਵਰੇਬਲ ਕਾਲਜਸ ਔਰ ਯੂਨੀਵਰਸਿਟੀਜ਼ ਦਾ ਜਿਹੜੇ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ कर रहे हैं। 95% कॉलेजेस और यूनिवर्सिटीज़ ਜਿਹੜੇ IPP ਵਿੱਚ ਫਾਲ ਕਰਦੇ ਆ ਗਵਰਨਮੈਂਟ ਕਾਲਜਸ ਔਰ ਯੂਨੀਵਰਸਿਟੀਜ਼ ਹੈ। ਇਹਦਾ ਕੋਈ ਵੀਜ਼ੇ ਨਾਲ ਗਾਰੰਟੀ ਨਹੀਂ ਹੋ ਜਾਂਦੀ ਕਿ IPP ਵਿੱਚ ਕੇਸ ਲੱਗ ਰਿਹਾ ਉਹ ਵੀਜ਼ੇ ਦੀ ਇੱਕ ਗਾਰੰਟੀ ਹੋ ਗਈ। ਜਿਹਦੇ ਕੋਲ ਇੱਕ IPP ਕਾਲਜ ਹੈ, ਇੱਕ ਕਾਲਜ ਦੀ IPP ਵੀਜ਼ਾ ਪ੍ਰੋਸੈਸਿੰਗ ਮੈਥਡ ਹੈ, ਉਹ ਕਹਿੰਦਾ ਆਪਾਂ ਤਾਂ IPP ਏਜੰਟ ਬਣ ਗਏ ਜੀ। ਚਾਹੇ 20-22 ਕਾਲਜਸ ਯੂਨੀਵਰਸਿਟੀਜ਼ IPP ਵਿੱਚ ਪਾਰਟਿਸਿਪੇਟ ਕਰ ਰਹੇ ਹੋਣ, ਜਿਹਦੇ ਕੋਲ ਇੱਕ ਕਾਲਜ ਜਾਂ ਯੂਨੀਵਰਸਿਟੀ ਹੈ ਜਿਹੜੀ ਚਾਹੇ ਆਕਲੈਂਡ ਤੋਂ 600 ਕਿਲੋਮੀਟਰ ਦੂਰ ਹੋਵੇ, ਟੋਟਲ ਪੋਪੂਲੇਸ਼ਨ ਚਾਹੇ ਸ਼ਹਿਰ ਉਹ ਇਹੋ ਜਿਹਾ ਹੋਵੇ ਜਿਹਦੀ ਪੋਪੂਲੇਸ਼ਨ ਟੋਟਲ 20 ਤੋਂ 40 ਹਜ਼ਾਰ ਹੋਵੇ, ਉਹਦਾ IPP ਅਗਰ ਪ੍ਰੋਸੈਸਿੰਗ ਕਿਸੇ ਏਜੰਟ ਨੂੰ ਮਿਲ ਗਈ, ਉਹਨੇ ਕਹਿਣਾ ਜੀ ਆਪਾਂ ਤਾਂ IPP ਏਜੰਟ ਹੈਗੇ ਆ ਜੀ, ਆਪਾਂ IPP ਪਾਰਟਨਰ ਆ, ਸਾਡੇ ਕੋਲ ਆਓ, ਸਾਡੇ ਤੋਂ ਕੇਸ ਲਵਾਓ, ਤੁਹਾਡਾ ਵੀਜ਼ਾ ਆਊਗਾ, ਆਪਾਂ ਇੱਦਾਂ ਕਰਾਂਗੇ। ਸੋ ਮੇਰਾ ਇੱਕ ਪੁਆਇੰਟ ਹੈ, ਗੌਰ ਕਰਨ ਵਾਲੀ ਗੱਲ ਹੈ ਕਿ ਕੀ IPP ਸਾਨੂੰ ਗਰੰਟਿਡ ਵੀਜ਼ਾ ਦਿੰਦਾ ਹੈ? ਨਹੀਂ। ਕੀ IPP ਨਾਲ ਸਾਨੂੰ ਵਰਕ ਪਰਮਿਟ ਵਿੱਚ ਕੋਈ ਬੈਨੀਫਿਟ ਮਿਲੇਗਾ? ਨਹੀਂ। ਕੀ IPP ਨਾਲ ਸਾਨੂੰ ਅੱਗੇ PR ਵਿੱਚ ਕੋਈ ਸਹਾਇਤਾ ਮਿਲੇਗੀ ਕਿ ਆਪਾਂ IPP ਇੰਸਟੀਚਿਊਟ ਵਿੱਚ ਪੜ੍ਹ ਰਹੇ ਹਾਂ? ਬਿਲਕੁਲ ਨਹੀਂ। ਸੋ ਪੁਆਇੰਟ ਇਹ ਚੀਜ਼ ਸਮਝੋ ਕਿ IPP ਉਹਨਾਂ ਯੂਨੀਵਰਸਿਟੀਜ਼ ਔਰ ਕਾਲਜਸ ਨੂੰ ਟਾਰਗੇਟ ਕਰ ਰਿਹਾ ਹੈ ਜਿੱਥੇ ਪੜ੍ਹਾਈ ਦਾ ਲੈਵਲ ਥੋੜਾ ਉੱਪਰ ਹੈ ਔਰ ਜਿੱਥੇ ਯੂਜੂਅਲੀ ਸਟੂਡੈਂਟਸ ਪਹਿਲੇ ਨਹੀਂ ਜਾਂਦੇ ਸੀ। ਜ਼ਰੂਰ ਜਾਓ IPP 'ਚ, ਮੈਂ ਨਹੀਂ ਕਹਿੰਦਾ ਕਿ IPP ਕਾਲਜ ਔਰ ਯੂਨੀਵਰਸਿਟੀ ਵਿੱਚ ਨਾ ਜਾਓ, ਜ਼ਰੂਰ ਜਾਓ, ਪਰ ਅਗੇਨ ਉਹ ਸਟੂਡੈਂਟਸ ਜਾਣ ਜਿਹੜੇ ਐਕਚੁਅਲ ਵਿੱਚ ਐਜੂਕੇਸ਼ਨ ਹਾਸਲ ਕਰਨਾ ਚਾਹੁੰਦੇ। IPP ਪ੍ਰੋਸੈਸ ਕੀ ਹੈ? यूनिवर्सिटी वाले फंड्स, यूनिवर्सिटी हाँ, सो यूनिवर्सिटी ਜਿਹੜੇ ਫੰਡਸ ਪਹਿਲੇ ਕੀ ਸੀਗਾ ਕਿ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟ ਸੀ ਸਿੱਧਾ ਐਮਬੈਸੀ ਜਾਂਦੇ ਸੀ। ਤੁਸੀਂ ਸਿਰਫ ਆਪਣੇ ਅਕੈਡਮਿਕ ਡਾਕੂਮੈਂਟਸ ਕਾਲਜਸ ਨੂੰ ਭੇਜਦੇ ਸੀ, ਜਿਵੇਂ ਕਿ 10ਵੀਂ 12ਵੀਂ IELTS ਜਾਂ ਵਿਦਆਊਟ IELTS ਵਿੱਚ ਸਕੂਲ ਸਪੋਰਟਿੰਗ ਲੈਟਰ ਤੁਸੀਂ ਭੇਜਦੇ ਸੀ, ਪਾਸਪੋਰਟ ਭੇਜਦੇ ਸੀ ਤੇ ਤੁਹਾਡਾ ਆਫਰ ਲੈਟਰ ਆ ਜਾਂਦਾ ਸੀ। ਤੁਸੀਂ ਉਸ ਆਫਰ ਦੇ ਨਾਲ ਆਪਣੇ ਫੰਡ ਸਟੇਟਮੈਂਟ ਲਗਾਉਂਦੇ ਸੀ, ਆਪਣਾ ਇਨਕਮ ਪ੍ਰੂਫ ਲਗਾਉਂਦੇ ਸੀ ਤੇ ਐਮਬੈਸੀ ਵਿੱਚ ਫਾਈਲ ਭੇਜ ਦਿੰਦੇ ਸੀ ਵੀਜ਼ਾ ਪ੍ਰੋਸੈਸਿੰਗ ਲਈ। IPP ਵਿੱਚ ਕੀ ਹੈ ਕਿ ਤੁਸੀਂ ਆਪਣੀ ਫੰਡਸ ਦੀ ਸਟੇਟਮੈਂਟ ਵੀ ਕਾਲਜ ਨੂੰ ਭੇਜੋਗੇ ਜਿਹੜਾ IPP ਦੇ ਵਿੱਚ ਪਾਰਟਿਸਿਪੇਟ ਕਰ ਰਿਹਾ। ਤੁਹਾਡੀ ਫੰਡਸ ਦੀ ਸਟੇਟਮੈਂਟ ਉਹ ਵੈਰੀਫਾਈ ਕਰਨਗੇ ਔਰ ਅਗਰ ਉਹ ਸਭ ਕੁਝ ਠੀਕ ਹੁੰਦਾ ਹੈ, ਤੁਹਾਡੇ ਅਕੈਡਮਿਕ ਡਾਕੂਮੈਂਟਸ ਠੀਕ ਹੈ, ਤੁਹਾਡੀ ਫੰਡਸ ਦੀ ਵੈਰੀਫਿਕੇਸ਼ਨ ਪ੍ਰੋਪਰ ਹੋ ਗਈ ਤੇ ਉਹਨਾਂ ਨੇ ਤੁਹਾਨੂੰ ਫਿਰ ਉਸ ਤੋਂ ਬਾਅਦ ਇਸ਼ੂ ਕਰ ਦੇਣਾ ਹੈ IPP ਰੈਫਰੈਂਸ ਲੈਟਰ। IPP ਰੈਫਰੈਂਸ ਲੈਟਰ ਦੇ ਬੇਸ ਤੇ ਤੁਸੀਂ ਆਪਣੀ ਫਾਈਲ ਜਿੱਦਾਂ ਪਹਿਲੇ ਜਾਂਦੀ ਸੀ ਉੱਦਾਂ ਹੀ ਭੇਜੋਗੇ, ਪਰ ਐਮਬੈਸੀ ਸਿਰਫ ਦੋ ਚੀਜ਼ਾਂ ਵੈਰੀਫਾਈ ਕਰੂਗੀ, ਇੱਕ ਤੁਹਾਡੀ PCC ਕਿ PCC ਤੁਹਾਡੀ ਜੈਨੂਇਨ ਹੈ ਕਿ ਨਹੀਂ, ਇੱਕ ਤੁਹਾਡਾ ਮੈਡੀਕਲ। ਸੋ ਪੁਲਿਸ ਕਲੀਅਰੈਂਸ और मेडिकल ही वेरीफाई करूगी।
ਫੰਡ ਅਕੈਡਮਿਕਸ ਸਿਰਫ ਸਾਰਾ ਦਾ ਕਾਲਜ nomination letter ਤੇ ਸਾਰਾ ਦਾ ਸਾਰਾ ਦਾਅਵੇਦਾਰ ਯੂਨੀਵਰਸਿਟੀ ਔਰ ਕਾਲਜ ਉੱਪਰ ਦੇ ਦਿੱਤਾ ਗਿਆ ਹੈ। ਯੂਜੂਅਲ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਉਹ 15 ਤੋਂ 20 ਦਿਨ ਲੱਗਦੇ ਹਨ। ਆਈਪੀਪੀ ਦੇ ਅੰਡਰ 5 ਤੋਂ 7 ਦਿਨਾਂ ਦੇ ਅੰਦਰ ਅੰਦਰ ਵੀ ਵੀਜ਼ਾ ਆ ਸਕਦਾ ਹੈ। ਪਰ ਅਗੇਨ ਧਿਆਨ ਦਿਓ, ਗੱਲ ਆਇਆ ਹੈ ਕਿ ਆਈਪੀਪੀ ਨਾਲ ਅੱਗੇ ਕੋਈ ਵਰਕ ਵੀਜ਼ੇ ਵਿੱਚ ਪਰਕ ਪੀਆਰ ਵਿੱਚ ਕੋਈ ਸਹਾਇਤਾ ਨਹੀਂ ਹੈ ਔਰ ਉੱਥੇ ਇੰਸਟੀਚਿਊਟਸ ਵਿੱਚ ਪੜ੍ਹਾਈ ਕਰਨੀ ਪੈਣੀ ਹੈ। ਪ੍ਰਾਈਵੇਟ ਇੰਸਟੀਚਿਊਟ ਤਾਂ ਕੀ ਹੈ, 2-3 ਦਿਨ ਜਾ ਕੇ ਕਲਾਸਾਂ ਲਗਾਓ ਔਰ ਉਸ ਤੋਂ ਬਾਅਦ ਤੁਸੀਂ ਆਪਣੀ ਅੱਗੇ ਡਿਪਲੋਮਾ ਫਰਦਰ ਕਿਉਂ ਨਹੀਂ ਡਿਪਲੋਮਾ ਲੋਕ ਜਦੋਂ ਪੜ੍ਹਾਈ, ਤੁਸੀਂ ਆਪ ਵਰਡ ਯੂਜ਼ ਕੀਤਾ ਕਿ ਪੜ੍ਹਾਈ ਦਾ ਲੈਵਲਸ ਉੱਚਾ ਹੈ, ਤੇ ਕਿਉਂ ਨਹੀਂ ਲੋਕ ਵਿਦਿਆਰਥੀ ਚੁਣਦੇ? ਔਖੀ ਵੀ ਹੈ ਨਾਲੋਂ ਨਾਲ। ਪੰਜਾਬ ਦੀ ਸਟੂਡੈਂਟਸ ਦੀ ਮੈਂਟੈਲਿਟੀ ਹੈ ਇਹ, ਤੁਹਾਨੂੰ ਪਤਾ ਆਪਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ। ਬਾਕੀ ਲੋਕ ਬੱਚੇ ਦੇਖੋ, ਬਾਕੀ ਤਾਂ ਅਗਰ ਆਪਾਂ ਗੱਲ ਕਰ ਲਈਏ, ਬਾਕੀ ਜਿਹੜੇ ਚਾਈਨਾ ਤੋਂ ਬੱਚੇ ਜਿਹੜੇ ਜਾਂਦੇ ਹੈ, ਫॉर ਐਗਜ਼ਾਮਪਲ ਚਾਈਨਾ ਫਰਸਟ ਲਾਰਜੈਸਟ ਇਨਫੈਕਟ ਜਿਹੜਾ ਸਟੂਡੈਂਟ ਜਾ ਰਿਹਾ ਹੈ ਬਾਕੀ ਕੰਟਰੀਆਂ ਵਿੱਚ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ USA ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ, ਸਭ ਤੋਂ ਵੱਧ ਚਾਈਨੀਜ਼ ਸਟੂਡੈਂਟ ਇਸ ਵੇਲੇ ਇਹਨਾਂ ਕੰਟਰੀਆਂ ਵਿੱਚ ਜਾ ਰਹੇ ਹੈ। ਉਹ ਪ੍ਰੈਫਰ ਯੂਨੀਵਰਸਿਟੀ ਕਰਦੇ, ਉਹਨਾਂ ਦੀ ਮਨਸ਼ਾ ਹੀ ਇਹ ਹੁੰਦੀ ਕਿ ਪਹਿਲੇ ਪੜ੍ਹਾਈ ਕਰਾਂਗੇ, ਉਸ ਤੋਂ ਬਾਅਦ ਕੰਮ ਕਰਾਂਗੇ, ਫਿਰ ਦੇਖਾਂਗੇ ਪੀਆਰ ਲੈਣੀ ਕਿ ਨਹੀਂ ਲੈਣੀ। ਉਹ ਬਾਅਦ ਚੋਂ ਪ੍ਰੈਫਰੈਂਸ ਦਿੰਦੇ ਆ, ਤਾਂ ਹੀ ਉਹਨਾਂ ਨੂੰ ਸਭ ਤੋਂ ਪਹਿਲੇ ਪੀਆਰ ਮਿਲਦੀ ਹੈ। ਸਾਡੇ ਲੋਕਾਂ ਨੂੰ ਹੁੰਦਾ ਪੀਆਰ ਕਿੱਦਾਂ ਲਈਏ, ਕੰਮ ਕਿੱਦਾਂ ਕਰੀਏ, ਪੈਸੇ ਕਿੱਦਾਂ ਕਮਾਈਏ। ਉਸ ਕਰਕੇ ਫਿਰ ਜਿਹੜੀ ਚੀਜ਼ ਆਈਪੀਪੀ ਵਰਲਡ ਲਈ ਹੈ, ਸਾਰੇ ਵਰਲਡ ਲਈ ਹੈ। ਇੰਡਸਟਰੀ ਪਾਰਟਨਰਸ਼ਿਪ ਪ੍ਰੋਗਰਾਮ ਪਹਿਲੇ ਗਿਣੇ ਚੁਣੇ ਉਹਨਾਂ ਨੇ ਜਿਹੜਾ ਸਟਾਰਟ ਕੀਤਾ ਹੈ, ਗਿਣੇ ਚੁਣੇ ਕੰਟਰੀਜ਼ ਲਈ ਸਟਾਰਟ ਕੀਤਾ ਹੈ, ਪਰ ਆਈਪੀਪੀ ਪਾਰਟਿਸਿਪੇਸ਼ਨ ਹਰ ਪਾਸੇ ਹੋ ਸਕਦੀ ਹੈ ਜੀ। ਅੱਛਾ, ਹੁਣ ਮੁੱਦਾ ਜਿਹੜਾ ਮੈਂ ਉਠਾਇਆ ਸੀਗਾ ਪਹਿਲਾਂ ਕਿ ਆਈਪੀਪੀ ਦੇ ਨਾਲ ਤੁਸੀਂ ਵੀ ਦੱਸਿਆ ਕੋਈ ਐਡਵਾਂਟੇਜ ਉਸ ਤਰ੍ਹਾਂ ਦੇ ਨਹੀਂ ਹੈਗੇ, ਹਨਾ। ਵਿਦਿਆਰਥੀ ਸਿਰਫ ਇਸ ਕਰਕੇ ਚੁਣੂਗਾ ਕਿ ਚਲੋ ਮੈਂ ਥੋੜਾ ਜਿਹਾ 5-7 ਦਿਨ ਪਹਿਲਾਂ ਚਲੇ ਜਾਊਂਗਾ, ਵੀਜ਼ਾ 5-7 ਦਿਨ ਪਹਿਲਾਂ ਚਲ ਜਾਊਂਗਾ, 2011 ਪਾਸ ਆਊਟ ਹੈ, ਫੰਡ 100% ਪੁਰਾਣੇ ਨਹੀਂ ਹੈ, 60-70% ਫੰਡ ਬੈਨੀਫਿਟ ਹੀ ਨਹੀਂ ਹੋ ਰਿਹਾ ਕੋਈ, ਸਿਰਫ ਐਜੂਕੇਸ਼ਨ ਔਖੀ ਲੈ ਰਹੇ ਆ। ਵਿਦਿਆਰਥੀਆਂ ਦਾ ਮੁੱਖ ਮੁੱਦਾ ਹੁੰਦਾ, ਚਾਹੇ ਇੱਥੇ ਵਿਦਿਆਰਥੀ ਮੇਰੇ ਨਾਲ ਸਹਿਮਤ ਹੋਣ ਜਾਂ ਨਾ ਹੋਣ। ਤੁਸੀਂ ਵੀ ਗੱਲ ਕੀਤੀ ਹੈ ਕਿ ਸਾਡਾ ਤਾਂ ਕੰਮ ਦਿਮਾਗ ਜਿਹੜਾ ਹੈਗਾ ਉਧਰ ਕੰਮ ਕਰਦਾ ਕਿ ਅਸੀਂ ਸੈਟਲ ਕਿਵੇਂ ਹੋਣਾ। ਔਖਾ ਲੈ ਲਈਏ ਸਬਜੈਕਟ, ਸੌਖਾ ਲੈ ਲਈਏ ਕੋਰਸ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਹੋ ਸਕਦਾ 99% ਵਿਦਿਆਰਥੀ ਔਡ ਜੌਬ ਕਰਦੇ ਨੇ। ਫਿਰ ਤਾਂ ਇੱਕ ਹਰਡਲ ਵੀ ਤਾਂ ਬਣ ਸਕਦਾ, ਜਿੱਥੇ ਪੋਜ਼ਿਟਿਵ ਵੀ ਹੈਗਾ ਉੱਥੇ ਇੱਕ ਸਾਡੇ ਲਈ ਦਿੱਕਤ ਵਾਲਾ ਵੀ ਕੰਮ ਹੈ। ਨਹੀਂ, ਬਿਲਕੁਲ ਹੈ। ਦੇਖੋ ਅਗੇਨ ਆਪਾਂ ਆਈਪੀਪੀ ਨੂੰ ਨੈਗੇਟਿਵ ਨਹੀਂ ਕਰ ਰਹੇ, ਪੂਰੀ ਐਕਸਰਸਾਈਜ਼ ਜਿਹੜੇ ਲੋਕ ਸਿਰਫ ਆਈਪੀਪੀ ਦੇ ਬਹਾਨੇ ਤੁਹਾਨੂੰ ਇਕੱਠੇ ਕਰ ਰਹੇ ਹਨ ਔਰ ਉਸ ਤੋਂ ਬਾਅਦ ਤੁਹਾਡੀ ਕੇਸ ਫਿਰ ਆਪਾਂ ਨਾਰਮਲ ਪ੍ਰੋਸੈਸਿੰਗ ਲਗਾ ਆਪਾਂ ਉਸ ਬਾਰੇ ਤੁਹਾਨੂੰ ਅਵੇਅਰਨੈਸ ਦੇ ਰਹੇ ਹਾਂ। ਪਿਰਾਮਿਡ ਈ ਸਰਵਿਸਿਜ਼ ਤੁਹਾਡੀ ਆਈਪੀਪੀ ਦੇ ਅਧੀਨ ਐਪਲੀਕੇਸ਼ਨ ਲੌਂਚ ਕਰ ਸਕਦਾ ਹੈ, ਵਿਦਆਊਟ ਆਇਲਟਸ ਲੌਂਚ ਕਰ ਸਕਦਾ ਹੈ। ਚਾਹੇ ਤੁਸੀਂ ਸਾਡੇ ਤੋਂ ਆਈਪੀਪੀ ਵਿੱਚ ਐਪਲੀਕੇਸ਼ਨ ਲਗਵਾਓ, ਚਾਹੇ ਵਿਦਆਊਟ ਆਈਪੀਪੀ ਲਗਵਾਓ, ਚਾਹੇ ਐਫਟੀਐਸ ਅੰਦਰ, ਚਾਹੇ ਨਾਨ ਐਫਟੀਐਸ ਅੰਦਰ, ਪਿਰਾਮਿਡ ਈ ਸਰਵਿਸਿਜ਼ ਨਿਊਜ਼ੀਲੈਂਡ ਸੰਬੰਧੀ ਕੋਈ ਚਾਰजेस ਨਹੀਂ ਲੈ ਰਿਹਾ। ਸੋ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, चाहे गवर्नमेंट स्कूल, गवर्नमेंट कॉलेज है, चाहे यूनिवर्सिटी है, चाहे प्राइवेट इंस्टीट्यूट है, पिरामिड ई सर्विसेज के चार्जेस, प्रोसैसिंग चार्जेस निल है। तो आप तो कोई पेमेंट, किसी भी प्रकार की पेमेंट, कोई भी हिडन कॉस्ट कुछ नहीं लवांगे। इनफैक्ट स्कॉलरशिप वखरी दे रहे हैं। ਜਿਹੜੇ ਸਟੂਡੈਂਟਸ 2013 ਔਰ 14 ਪਾਸ ਆਊਟ ਹੈ, ਅਗਰ ਉਹਨਾਂ ਦੇ 60% ਐਂਡ ਅਬਵ ਨੰਬਰ ਹੈ ਤੇ ਐਜ਼ ਅ ਸਕਾਲਰਸ਼ਿਪ ਐਮਬੈਸੀ ਫੀਸ ਪਿਰਾਮਿਡ ਈ ਸਰਵਿਸਿਜ਼ ਵੱਲੋਂ ਤੁਹਾਨੂੰ ਪੇ ਕੀਤੀ ਜਾਏਗੀ। ਨਿਊਜ਼ੀਲੈਂਡ ਇਨਵੈਸਟਮੈਂਟ ਖਤਮ ਹੋ ਗਈ ਵਿਦਿਆਰਥੀ ਦੀ, ਖਾਸ ਕਰ ਨਿਊਜ਼ੀਲੈਂਡ ਦੀ ਇਨਵੈਸਟਮੈਂਟ ਹੀ ਇੱਕ ਹੈ। ਮੈਡੀਕਲ ਫੀਸ 3 ਤੋਂ 4000, ਉਹ ਤਾਂ 3-4 ਹਜ਼ਾਰ ਰੁਪਏ, 10-12 ਹਜ਼ਾਰ ਜਿਹੜੀ ਐਮਬੈਸੀ ਫੀਸ ਹੋਊਗਾ ਤੁਹਾਡੀ, ਉਹ ਤੁਸੀਂ ਦੇਤੀ, ਉਹ ਦੇਤੀ। तो कोई है ही नहीं, इन्वेस्टमेंट नहीं है, कोई इन्वेस्टमेंट नहीं, कोई रिस्क नहीं। तुसी अपने डॉक्यूमेंट्स चेंज करने हैं, सानू डॉक्यूमेंट्स लैके आने साडे लई, आपां तुहाडी फाइल तैयार करनी है, तुहानू एम्बैसी फीस देनी है तुहाडी फाइल लगाउण लई। जदों वीज़ा आ गया तो कॉलेज की फीस आप कॉलेज नूं दे देनी है, रहन सहन का खर्चा आप ANZ बैंक विच दे देना है। सो बहुत सिंपल है। हुण कई वारी बच्चे साडे कोल आंदे कि सर 8-9 लाख का ही अरेंजमेंट है, फीस का अरेंजमेंट है, रहन सहन लई आप $15,000 ट्रांसफर करने की पोजीशन विच नहीं आ। सो रणबीर जी बहुत इंपॉर्टेंट है, नॉन FTS जे आप फंड्स ट्रांसफर नहीं करना चाहते, वीज़ा लगन तो बाद न्यूजीलैंड विच सिर्फ फीस ट्रांसफर करना चाहते हाँ, तो नॉन FTS आप किद्दां चूज कर सकते हैं। 3 महीने पुरानी बैंक स्टेटमेंट FDR एक्सेप्टेबल है। स्टूडेंट दे पेरेंट्स के नाम ते, ओदे सिबलिंग्स, ओदे भरा भैन दे नाम ते, ओदे ग्रैंड पेरेंट्स के नाम ते, इन्हां ਵੱਲੋਂ 100% स्पॉन्सरशिप एक्सेप्टेबल है। सो तुहाडे पेरेंट्स हो गए, तुहाडे माँ प्यो हो गए, तुहाडे भैन भरा हो गए, तुहाडे ग्रैंड पेरेंट्स हो गए, दादा दादी नाना नानी, 100% अगर उन्हां कोल पुरानी FD पई है, पुरानी सेविंग स्टेटमेंट पई है, वो एक्सेप्टेबल है। अगर गवर्नमेंट इंप्लॉई है कोई भी इन्हां चों, तो GP फंड की विड्रॉएबल अमाउंट एक्सेप्टेबल है। 75% यूजली विड्रॉएबल अमाउंट एक्सेप्टेबल होंगी है। पोस्ट ऑफिस सेविंग्स, किसान विकास पत्र अगर 1 साल पुराने हैं तो एक्सेप्टेबल है। LIC जिन्होंने लाइफ इंश्योरेंस कॉरपोरेशन तो अपनी इंश्योरेंस की पॉलिसी कराई है, उसकी सरंडर वैल्यू एक्सेप्टेबल है न्यूजीलैंड के केस में। इस तो इलावा अगर तुसी लोन लैंदे हो तो बहुत तुहानू कंसलटेंट कहूगे जो तुहाडा आपां लोन करवा दईए, फाइनेंसर तो लोन वो करवा देंगे, किद्दां करवाते हैं
FD ਲੈਂਦੇ ਆ, FD ਦੀ 80-90% ਅਮਾਉਂਟ ਲੈ ਕੇ ਤੁਹਾਡਾ ਲੋਨ ਕਰਵਾ ਦਿੰਦੇ ਆ। ਸੋ ਉਹ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈ। प्रॉपर्टी ਦੇ ਅਗੇਂਸਟ ਤੁਹਾਡਾ ਲੋਨ ਹੋਣਾ ਚਾਹੀਦਾ ਹੈ ਜਾਂ ਓਵਰਡਰਾਫਟ ਲਿਮਿਟ ਹੋਣੀ ਚਾਹੀਦੀ ਹੈ। ਅਗਰ ਉਹ ਪ੍ਰॉपर्टी ਦੇ ਅਗੇਂਸਟ ਨਹੀਂ ਹੈ, FD ਤਾਂ ਫਿਰ ਉਹਨਾਂ ਨੇ ਕਹਿਣਾ ਪੁਰਾਣੀ ਦਿਖਾ ਦਿਓ। ਜੇ ਤੁਸੀਂ ਸਾਨੂੰ FD ਦੇ ਬੇਸ ਤੇ ਲੋਨ ਲੈ ਰਹੇ ਹੋ ਤੇ ਸਾਨੂੰ FD ਦੇ ਦਿਓ। ਆਪਾਂ ਤਾਂ 3 ਮਹੀਨੇ ਪੁਰਾਣੀ ਤੁਹਾਡੀ FD ਐਕਸੈਪਟ ਹੀ ਕਰ ਰਹੇ ਹਾਂ। ਤੁਸੀਂ ਲੋਨ ਵਾਲੇ ਚੱਕਰਾਂ 'ਚ, ਤੁਸੀਂ ਲੋਨ ਦੇ ਚੱਕਰਾਂ 'ਚ ਕਿਉਂ ਪੈਣਾ ਚਾਹੁੰਦੇ ਹੋ? ਤੁਸੀਂ ਇੱਕ ਪਾਸੇ FD ਦਾ 9% ਵਿਆਜ ਲੈ ਰਹੇ ਹੋ ਸਾਡੇ ਤੋਂ ਔਰ 14% ਸਾਨੂੰ ਦੇ ਰਹੇ ਹੋ। ਬੈਂਕ ਨੂੰ 9% ਤੁਸੀਂ ਵਿਆਜ ਲੈ ਰਹੇ ਹੋ, 14 ਅਲਟੀਮੇਟਲੀ ਤੁਸੀਂ 5% ਦੇ ਲਾਸ ਤੇ ਰਹੇ। ਸੋ FD ਕਿਉਂ? ਸੋਚਣ ਵਾਲੀ ਗੱਲ ਹੈ, FD ਕਿਉਂ? ਸੋ FD ਐਕਸੈਪਟੇਬਲ ਨਹੀਂ ਹੈ ਨਿਊਜ਼ੀਲੈਂਡ ਦੇ ਕੇਸ ਵਿੱਚ। ਪ੍ਰॉपर्टी ਦੇ ਅਗੇਂਸਟ ਚਾਹੇ ਲੋਨ ਲੈ ਲਓ, ਪ੍ਰॉपर्टी ਦੇ ਅਗੇਂਸਟ ਚਾਹੇ ਓਵਰਡਰਾਫਟ ਲਿਮਿਟ ਲੈ ਲਓ। पर्सनल लोन 8.5 ਲੱਖ ਤੱਕ, 7.5 ਲੱਖ ਤੱਕ ਮਾਫ ਕਰਨਾ, 7.5 ਲੱਖ ਤੱਕ ਬੈਂਕ ਪਰਸਨਲ ਲੋਨ ਵੀ ਦੇ ਦਿੰਦਾ ਹੈ। ਸੋ ਪਰਸਨਲ ਲੋਨ ਵੀ ਕਰਵਾਇਆ ਜਾ ਸਕਦਾ ਹੈ। ਲਾਸਟ ਐਂਡ ਮੋਸਟ ਇੰਪੋਰਟੈਂਟ ਥਰਡ ਪਾਰਟੀ ਸਪਾਂਸਰ ਵੀ ਐਕਸੈਪਟੇਬਲ ਹੈ, ਪ੍ਰੋਵਾਈਡਡ 25 ਤੋਂ 30% ਤੱਕ ਅਗਰ ਹੈ ਤਾਂ ਥਰਡ ਪਾਰਟੀ ਵੀ ਐਕਸੈਪਟੇਬਲ ਹੈ। ਸੋ 12ਵੀਂ ਪਾਸ ਬੱਚੇ ਨੂੰ 22 ਤੋਂ 23 ਲੱਖ ਰੁਪਈਆ ਫੰਡ ਦਿਖਾਉਣ ਦੀ ਜ਼ਰੂਰਤ ਹੈ। ਗ੍ਰੈਜੂਏਟ ਵਿਦਿਆਰਥੀ ਨੂੰ 16 ਤੋਂ 17 ਲੱਖ ਰੁਪਈਆ ਫੰਡ ਦਿਖਾਉਣ ਦੀ ਜ਼ਰੂਰਤ ਹੈ, ਜਿਸ ਚੋਂ ਫੀਸ ਆਪਾਂ ਦੱਸਿਆ 8 ਤੋਂ 8.5 ਲੱਖ ਰੁਪਈਆ ਵੇਰੀ ਕਰਦੀ ਹੈ 1 ਸਾਲ ਦੀ। ਤੁਸੀਂ ਅਗਰ ਨੌਨ FTS ਕਰਵਾਉਂਦੇ ਹੋ, ਇਹਨਾਂ ਜਿਹੜੇ ਡਾਕੂਮੈਂਟਸ ਦੱਸੇ ਹੈ ਜਾਂ ਇਹਨਾਂ ਜਿਹੜੇ ਫੰਡ ਸਾਨੂੰ ਆਪਾਂ ਦੱਸੇ ਹੈ ਉਹਨਾਂ ਦੇ ਬੇਸ ਤੇ ਤੁਸੀਂ ਨੌਨ FTS ਕਰਵਾ ਸਕਦੇ ਹੋ। 6-7 ਲੱਖ ਰੁਪਈਆ ਥਰਡ ਪਾਰਟੀ ਸਪਾਂਸਰ ਵੀ ਐਕਸੈਪਟੇਬਲ ਹੈ, ਪਰ ਉਹਨਾਂ ਦੇ ਫੰਡਸ ਵੀ ਐਸੀ ਫਾਰਮ ਦੇ ਵਿੱਚ ਐਸੀ ਰੂਪਰੇਖਾ ਨਾਲ ਸ਼ੋ ਕੀਤੇ ਜਾਣ। ਇਹ ਇੰਪੋਰਟੈਂਟ। ਅੱਛਾ, ਆਪਾਂ IPP ਨੂੰ 2 ਮਿੰਟ ਲਈ ਸਾਈਡ ਤੇ ਕਰ ਦਈਏ। ਯੂਨੀਵਰਸਿਟੀ, ਗਵਰਨਮੈਂਟ ਪੋਲੀਟੈਕਨੀਕਲ ਤੇ ਨਾਲੋਂ ਨਾਲ ਜਿਹੜੇ ਪ੍ਰਾਈਵੇਟ ਕਾਲਜਸ ਨੇ, ਕਿਸ ਤਰ੍ਹਾਂ ਦੀਆਂ ਐਜੂਕੇਸ਼ਨ ਪਾਲਿਸੀਜ਼ ਅਡਾਪਟ ਕਰਨੀਆਂ ਚਾਹੀਦੀਆਂ? ਕਿਉਂਕਿ PR ਦਾ ਸਫ਼ਰ ਤੈਅ ਕਰਨਾ ਸੀ ਬੇਸਿਕਲੀ ਪੰਜਾਬੀ ਸਟੂਡੈਂਟਸ ਨੇ। ਸੋ ਪਿਰਾਮਿਡ ਕੀ ਸਲਾਹ ਦਿੰਦਾ? ਦੇਖੋ, ਅਗਰ ਤੁਸੀਂ ਆਰਟ ਸਟੂਡੈਂਟ ਹੋ ਤਾਂ IT ਔਰ ਬਿਜ਼ਨਸ ਨੂੰ ਥੋੜਾ ਜਿਹਾ ਅਵੋਇਡ ਕਰੋ, ਪ੍ਰੈਫਰ ਕਰੋ ਹੌਸਪਿਟੈਲਿਟੀ, ਕੁਕਰੀ, ਡੇਰੀ ਫਾਰਮਿੰਗ, ਫਿਸ਼ ਫਾਰਮਿੰਗ ਵਰਗੇ ਕੋਰਸਿਸ ਵਿੱਚ ਜਾਣ ਦੀ, ਕਿਉਂਕਿ ਇਹਨਾਂ ਦੀ ਡਿਮਾਂਡ ਹੈ, ਇਹਨਾਂ ਵਿੱਚ ਜੌਬਸ ਹੈ। ਆਰਟਸ ਵਾਲਾ ਕਰ ਸਕਦਾ? ਹਾਂ, ਬਿਲਕੁਲ ਕਰ ਸਕਦਾ, ਡੈਫੀਨਿਟਲੀ ਕਰ ਸਕਦਾ ਹੈ। ਆਪਾਂ ਗੱਲ ਕੀਤੀ ਸੀ ਕਿ ਮੈਡੀਕਲ ਸਟੂਡੈਂਟ ਦੀ ਹੀ ਰਿਕੁਆਇਰਮੈਂਟ ਹੈ। ਉਹਨਾਂ ਨੇ ਕਿਹਾ ਅਗਰ ਆਰਟਸ ਵਾਲਾ ਬੱਚਾ 2013-14 ਪਾਸ ਆਊਟ ਹੈ ਔਰ ਉਹਦਾ ਰੁਝਾਨ ਹੈ, ਉਹ ਡੈਫੀਨਿਟਲੀ ਆਪਾਂ ਐਕਸੈਪਟ ਕਰ ਲਵਾਂਗੇ। ਪਹਿਲੇ ਰਿਕੁਆਇਰਮੈਂਟ ਆਈ ਸੀ ਕਿ ਮੈਡੀਕਲ ਹੈ, ਪਰ ਉਸ ਤੋਂ ਬਾਅਦ ਆਪਾਂ ਆਰਟਸ ਵਿੱਚ ਵੀ 2-3 ਵੀਜ਼ੇ ਇਹਨਾਂ ਕੇਸਿਸ ਵਿੱਚ ਅਪਲਾਈ ਕੀਤੇ ਹੈ। ਸੋ ਮੇਰਾ ਪੁਆਇੰਟ ਹੈ ਕਿ ਆਰਟਸ ਹੈ, ਆਇਲਸ ਨਹੀਂ ਕੀਤੀ ਕੋਈ ਪ੍ਰੋਬਲਮ ਨਹੀਂ। ਪਹਿਲੀ ਤੋਂ 10ਵੀਂ ਕਲਾਸ ਜਾਂ 8ਵੀਂ ਤੋਂ 12ਵੀਂ ਕਲਾਸ ਜੇ ਤੁਸੀਂ ਇੰਗਲਿਸ਼ ਮੀਡੀਅਮ ਵਿੱਚ ਪੜ੍ਹੇ ਹੋ, ਬੋਰਡ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਹਰਿਆਣਾ ਸਕੂਲ ਐਜੂਕੇਸ਼ਨ ਹੈ, ਹਿਮਾਚਲ ਹੈ, ਰੀਜਨਲ ਬੋਰਡ ਸਾਰੇ ਐਕਸੈਪਟੇਬਲ ਹੈ। ਪਰ ਇੰਗਲਿਸ਼ ਮੀਡੀਅਮ ਦੱਸਿਆ ਜਾ ਰਿਹਾ ਕਿ ਪੰਜਾਬ ਸਕੂਲ ਹਰਿਆਣਾ ਤੇ ਹਿਮਾਚਲ ਨੂੰ ਬਹੁਤ ਪੋਜੀਸ਼ਨ ਟਾਈਟ ਕੀਤੀ ਜਿਹੜੀ ਬੰਦ ਹੋਣ ਵਾਲੇ ਦੀ ਕਗਾਰ ਤੇ। ਅਗੇਨ ਇਹ ਇੱਕ ਬੜੀ ਦੇਰ ਤੋਂ ਸਪੈਕੂਲੇਸ਼ਨ ਚੱਲ ਰਹੀ ਹੈ। ਜਦੋਂ ਸ਼ੁਰੂ ਹੋਇਆ ਸੀ ਅਗਲੇ ਮਹੀਨੇ ਤੋਂ ਸਪੈਕੂਲੇਸ਼ਨ ਸ਼ੁਰੂ ਹੋ ਗਈ। ਹੁਣ ਟਾਈਟ ਕਿਹਨੂੰ ਕੀਤਾ ਜਾ ਰਿਹਾ ਹੈ? ਵੀਜ਼ਾ ਆਫਿਸਰਸ ਦੀ ਮੇਲ ਜਾ ਰਹੀ ਹੈ ਕਾਲਜਸ ਔਰ ਯੂਨੀਵਰਸਿਟੀਜ਼ ਨੂੰ ਕਿ ਵਿਦਆਊਟ ਆਇਲਟਸ ਬੱਚੇ ਦਾ ਜੇ ਤੁਸੀਂ ਇੰਟਰਵਿਊ ਲਏ ਬਗੈਰ ਕੇਸ ਅਪਲਾਈ ਕੀਤਾ ਤੇ ਤੁਹਾਡਾ ਕਾਲਜ ਵੀ ਬੰਦ ਹੋ ਸਕਦਾ ਹੈ। ਬਿਲਕੁਲ ਇੰਸਟੀਟਿਊਸ਼ਨਸ ਨੂੰ ਮੇਲ ਆਣੀਆਂ ਸ਼ੁਰੂ ਹੋ ਗਈਆਂ। ਆਥੈਂਟਿਕ ਹੁੰਦੀ ਹੈ ਇੰਟਰਵਿਊ? ਦੇਖੋ, ਡੈਫੀਨਿਟਲੀ ਆਥੈਂਟਿਕ ਹੈ, ਬਿਕੋਜ਼ ਕਾਲਜ ਦਾ ਨੁਕਸਾਨ ਹੈ। ਕੱਲ ਦੀ ਡੇਟ ਵਿੱਚ ਫॉर ਐਗਜ਼ਾਮਪਲ ਇੰਟਰਵਿਊ ਅਗਰ ਇੱਕ ਫਾਰਮੈਲਿਟੀ ਵਾਂਗੂ ਅਗਰ ਉਹ ਲਓਗੇ, ਐਮਬੈਸੀ ਦੇ ਵੀਜ਼ਾ ਆਫਿਸਰ ਨੇ ਜੇ ਸਟੂਡੈਂਟ ਨੂੰ ਪੁੱਛ ਲਿਆ ਕਿ ਕੀ ਤੁਹਾਡੀ ਇੰਟਰਵਿਊ ਕਾਲਜ ਜਾਂ ਯੂਨੀਵਰਸਿਟੀ ਨਾਲ ਹੋਈ ਸੀ, ਸਟੂਡੈਂਟ ਜਿਹਦੀ ਇੰਟਰਵਿਊ ਜੇ ਨਹੀਂ ਹੋਈ ਉਹਨੇ ਤਾਂ ਕਹਿ ਦੇਣਾ ਨਹੀਂ ਹੋਈ ਸੀ। ਸੋ ਏਜੰਟ ਵੀ ਉਸ ਕੇਸ ਵਿੱਚ ਪ੍ਰੋਬਲਮ ਚਾਹੂਗਾ, ਸਟੂਡੈਂਟ ਦਾ ਵੀਜ਼ਾ ਕੈਂਸਲ ਹੋਊਗਾ, ਕਾਲਜ ਔਰ ਯੂਨੀਵਰਸਿਟੀ ਵੀ ਪ੍ਰੋਬਲਮ ਚਾਹਣਗੇ। ਸੋ ਪਲੀਜ਼ ਇਹਨੂੰ ਸਟ੍ਰਿਕਟਲੀ ਫੋਲੋ ਕਰੋ। ਜੇ ਤੁਸੀਂ ਨਿਊਜ਼ੀਲੈਂਡ ਵਿਦਆਊਟ ਆਇਲਟਸ ਕੇਸ ਲਗਾਉਣਾ ਚਾਹੁੰਦੇ ਹੋ, ਇੰਟਰਵਿਊ ਪ੍ਰੈਪਰੇਸ਼ਨ ਕਲਾਸਿਸ ਲਵੋ। ਪਿਰਾਮਿਡ ਸਰਵਿਸਿਜ਼ ਇੱਕ ਸਪੈਸ਼ਲ ਇੰਟਰਵਿਊ ਪ੍ਰੋਗਰਾਮ ਫੋਲੋ ਕਰਦਾ ਹੈ, ਜਿਸ ਦੇ ਅਧੀਨ ਜਿੱਦਾਂ ਦੇ ਪ੍ਰੋਸੈਸ ਵਿੱਚ ਤੁਹਾਡੀ ਇੰਟਰਵਿਊ ਹੁੰਦੀ ਹੈ, ਜਿੱਦਾਂ ਦੇ ਹਾਲਾਤ, ਜਿੱਦਾਂ ਦੇ ਸਰਕਮਸਟੈਂਸਿਸ ਤੁਸੀਂ ਫੇਸ ਕਰਦੇ ਹੋ, ਉਹ ਸੇਮ ਸਰਕਮਸਟੈਂਸਿਸ ਵਿੱਚੋਂ ਤੁਹਾਨੂੰ ਕੱਢਿਆ ਜਾਂਦਾ। ਇੱਕ ਰਿਗਰਸ ਟ੍ਰੇਨਿੰਗ ਇੰਟਰਵਿਊ ਸੈਸ਼ਨ ਪ੍ਰੀਪੇਅਰ ਕਰਵਾਇਆ ਜਾਂਦਾ, ਤੁਹਾਨੂੰ ਤੁਹਾਡੀ ਇੰਗਲਿਸ਼ ਵੀ ਇੰਪਰੂਵ ਕਰਵਾਈ ਜਾਂਦੀ ਹੈ, ਓਵਰਆਲ ਪਰਸਨੈਲਿਟੀ ਵੀ ਡਿਵੈਲਪ ਕੀਤੀ ਜਾਂਦੀ ਹੈ। ਸੋ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ। ਔਰ ਰਣਵੀਰ ਜੀ, ਮੁੱਖ ਮੇਨ ਚੀਜ਼ ਇਹੀ ਹੈ ਕਿ ਉਹਦੇ ਵੀ ਆਪਾਂ ਕੋਈ ਚਾਰਜਸ ਨਹੀਂ ਲੈ ਰਹੇ। ਸੋ ਸਾਡਾ ਮੇਨ ਸਾਡਾ ਇਸ ਵੇਲੇ ਮੋਟਿਵ ਹੈ ਕਿ ਤੁਸੀਂ ਇੱਕ ਅੱਛੇ ਇੰਸਟੀਚਿਊਟ ਵਿੱਚ ਜਾਓ, ਤੁਸੀਂ ਅੱਛੀ ਤਾਲੀਮ ਹਾਸਿਲ ਕਰੋ। ਸਾਡੀ ਕੋਈ ਚਾਰਜਸ ਨਹੀਂ ਹੈ, ਨਾ ਹੀ ਤੁਹਾਡੀ ਫਾਈਲ ਪ੍ਰੈਪਰੇਸ਼ਨ ਦੇ, ਫਾਈਲ ਪ੍ਰੋਸੈਸਿੰਗ ਦੇ, ਨਾ ਹੀ ਇੰਟਰਵਿਊ ਪ੍ਰੈਪਰੇਸ਼ਨ ਦੇ। ਸੋ ਅਗਰ 15-20 ਦਿਨ ਮਿਹਨਤ ਕਰ ਲਓਗੇ, ਸ਼ਿਰਕਤ ਕਰ ਲਓਗੇ ਤੇ ਨਿਊਜ਼ੀਲੈਂਡ ਡੈਫੀਨਿਟਲੀ ਜਾਇਆ ਜਾ ਸਕਦਾ ਹੈ। ਸੋ ਮੇਰੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ, ਸਟੂਡੈਂਟਸ ਨੂੰ, ਸਟੂਡੈਂਟ ਦੀ ਫੈਮਲੀਜ਼ ਨੂੰ, ਕਿ ਜੇ ਤੁਸੀਂ ਆਪਣੇ ਕਿਡਸ ਨੂੰ, ਆਪਣੇ ਬੱਚਿਆਂ ਨੂੰ 15-20 ਦਿਨ ਲਈ ਜਲੰਧਰ ਸਾਡੇ ਜਾਂ ਲੁਧਿਆਣਾ ਸੈਂਟਰ ਵਿੱਚ ਭੇਜੋਗੇ, ਆਪਾਂ ਇੰਟਰਵਿਊ ਪ੍ਰੀਪਰੇਸ਼ਨ ਵੀ ਕਰਵਾਵਾਂਗੇ ਔਰ ਨਿਊਜ਼ੀਲੈਂਡ ਕਿੱਦਾਂ ਜਾਇਆ ਜਾ ਸਕਦਾ ਇਸ ਬਾਰੇ ਵੀ ਦੱਸਾਂਗੇ। ਸੋ ਜਿਹੜੀ ਤੁਸੀਂ ਡਿਟੇਲ ਦੇ ਵਿੱਚ ਹੁਣ ਗੱਲ ਕੀਤੀ ਹੈ ਨਿਊਜ਼ੀਲੈਂਡ ਦੀ, ਪਿਛਲੇ 17 ਤਾਰੀਖ ਨੂੰ ਡੈਲੀਗੇਟਸ ਵੀ ਆਏ ਸੀਗੇ, ਕੀ ਚੀਜ਼ ਲੱਗੀ ਜਿਹੜੀ ਆਪਾਂ ਸ਼ੋਜ਼ ਦੇ ਵਿੱਚ ਜਾਂ ਤੁਸੀਂ ਆਪਣੇ ਸੈਮੀਨਾਰਾਂ 'ਚ ਮਿਸ ਕਰ ਦਿੰਦੇ ਹੋ, ਜੋ ਵਿਦਿਆਰਥੀਆਂ ਨੂੰ ਮਤਲਬ ਉਹਨਾਂ ਵੱਲੋਂ ਗਾਈਡਲਾਈਨਸ ਮਿਲਦੀਆਂ? ਸੋ ਅੱਜ ਤੱਕ
ਜਦੋਂ ਵੀ ਨਿਊਜ਼ੀਲੈਂਡ ਦੇ ਸੈਮੀਨਾਰ ਹੋਏ ਸੀ ਉਦੋਂ ਯੂਜੂਅਲੀ ਬੱਚਿਆਂ ਦੇ ਡਾਕੂਮੈਂਟਸ ਦੇਖੇ ਜਾਂਦੇ ਸੀ ਔਰ ਕਹਿ ਦਿੰਦਾ ਸੀ ਤੁਸੀਂ ਐਲੀਜੀਬਲ ਹੋ ਅਪਲਾਈ ਕਰਨ ਲਈ। ਇਸ ਵਾਰੀ ਕੁਝ ਚੇਂਜਸ ਦੇਖੀਆਂ, ਬੱਚਿਆਂ ਤੋਂ ਇੰਟਰਵਿਊ ਕੁਐਸਚਨ ਪੁੱਛੇ ਗਏ, ਉਹਨਾਂ ਦੀ ਇੰਟਰਵਿਊ ਔਨ ਸਪੌਟ ਹੋਈ, ਸੋ ਬੱਚਿਆਂ ਨੇ ਉਹਨੂੰ ਕਲੀਅਰ ਕੀਤਾ। ਬੱਚਿਆਂ 'ਚ ਵੀ ਕੌਨਫੀਡੈਂਸ ਇੰਗਲਿਸ਼ ਨੂੰ ਜਾਣਨਾ ਸੀ। ਬਿਲਕੁਲ, ਇੰਟਰਵਿਊ ਦਾ ਸਿਰਫ ਔਰ ਸਿਰਫ ਮਕਸਦ ਇੰਗਲਿਸ਼ ਨੂੰ ਜਾਣਨਾ ਸੀ ਕਿ ਕੀ ਬੱਚਾ ਇੰਟਰਵਿਊ ਐਮਬੈਸੀ ਸਾਹਮਣੇ ਕਲੀਅਰ ਕਰ ਸਕਦਾ ਹੈ, ਕੀ ਬੱਚਾ ਉੱਥੋਂ ਦੀ ਮੀਡੀਅਮ ਆਫ ਇੰਸਟਰਕਸ਼ਨ ਜੋ ਕਿ ਇੰਗਲਿਸ਼ ਹੈ ਕੀ ਉਹਨੂੰ ਫੋਲੋ ਕਰਕੇ ਅੱਗੇ ਕਾਮਯਾਬ ਹੋ ਸਕਦਾ ਹੈ। ਇਹ ਚੀਜ਼ ਆਪਣੇ ਦਿਮਾਗ ਆਪਣੇ ਜ਼ਿਹਨ ਵਿੱਚ ਬਸਾ ਲਓ ਕਿ ਉੱਥੇ ਪੜ੍ਹਾਈ ਸਾਰੀ ਇੰਗਲਿਸ਼ ਮੀਡੀਅਮ ਵਿੱਚ ਹੈ। ਜੇ ਤੁਸੀਂ ਇੱਥੇ ਇੰਗਲਿਸ਼ ਬਿਲਕੁਲ ਵੀ ਨਹੀਂ ਬੋਲ ਸਕਦੇ ਔਰ ਨਿਊਜ਼ੀਲੈਂਡ ਜਾਣ ਦਾ ਸੁਪਨਾ ਦੇਖ ਰਹੇ ਹੋ, ਪੜ੍ਹਾਈ ਵਿੱਚ ਫੇਲ ਹੋ ਗਏ ਤੇ ਇਲੀਗਲ ਹੋ ਜਾਓਗੇ। ਇਸ ਲਈ ਉੱਥੇ ਨਿਊਜ਼ੀਲੈਂਡ ਤਾਂ ਹੀ ਜਾਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਪੜ੍ਹੇ ਹੋ ਔਰ ਉੱਥੇ ਇੰਗਲਿਸ਼ ਸਮਝ ਸਕਦੇ ਹੋ। ਜਿਵੇਂ ਅਸੀਂ ਡਿਟੇਲ ਦੇ ਵਿੱਚ ਨਿਊਜ਼ੀਲੈਂਡ ਦੀ ਗੱਲ ਕੀਤੀ ਹੈ, ਕਈ ਵਾਰੀ ਸਾਡੇ ਕੋਲ ਸਵਾਲ ਜਾਂ ਚਰਚਾ ਦੇ ਵਿੱਚੋਂ ਕੋਈ ਜਵਾਬ ਐਸਾ ਅਧੂਰਾ ਰਹਿ ਜਾਂਦਾ ਹੈ ਤਾਂ ਤੁਹਾਡੇ ਲਈ ਕੋਈ ਬਾਉਂਡੇਸ਼ਨਸ ਨਹੀਂ, ਕਿਸੇ ਦੀ ਸਮੇਂ ਦੀ ਕੋਈ ਮੈਂ ਕਹੂੰਗਾ ਕੋਈ ਬੰਦਿਸ਼ ਨਹੀਂ ਲਾਈ ਗਈ ਤੁਹਾਡੇ ਤੋਂ ਕਿ ਸ਼ੋਅ ਤੋਂ ਬਾਅਦ ਵੀ ਤੁਸੀਂ ਗੱਲ ਨਹੀਂ ਕਰ ਸਕਦੇ, ਨੰਬਰ ਫੀਡ ਕਰ ਸਕਦੇ ਹੋ ਜਿੰਨੇ ਵੀ ਫਲੈਸ਼ ਕੀਤੇ ਜਾ ਰਹੇ ਨੇ ਬਾਏ ਕਾਲ। ਕਈ ਵਾਰੀ ਵਿਦਿਆਰਥੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਨੰਬਰ ਪਿਕ ਨਹੀਂ ਹੋ ਰਿਹਾ ਜਾਂ ਬਿਜ਼ੀ ਹੈ, ਕਿਉਂਕਿ ਰਿਜ਼ਲਟਸ ਆ ਕੇ ਹਟਿਆ। ਬਹੁਤ ਸਾਰੇ ਵਿਦਿਆਰਥੀ ਕਾਲ ਕਰਦੇ ਨੇ, ਹਰ ਇੱਕ ਨੂੰ ਹੁੰਦਾ ਘਰ ਬੈਠੇ ਹੀ ਆਪਣੀ ਜਾਣਕਾਰੀ ਲੈ ਸਕਦੀ ਹੈ ਤੇ ਨਾਲੋਂ ਨਾਲ ਅਸੈਸਮੈਂਟ ਕਰਵਾ ਸਕੀਏ। ਸੋ ਇਹਦੇ ਲਈ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ, ਜਿੰਨੇ ਵੀ ਸਾਡੇ ਕੋਲ ਐਕਸਪਰਟਸ ਆਉਂਦੇ ਨੇ, ਜੇ ਉਹ ਫੋਨ ਕਿਸੇ ਵੀ ਕਾਰਨ ਪਿਕ ਨਹੀਂ ਹੋ ਰਿਹਾ ਤਾਂ ਉਹਨਾਂ ਨੂੰ ਆਪਣਾ ਮੈਸੇਜ ਜ਼ਰੂਰ ਛੱਡੋ, ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਤੇ ਆਪਣਾ ਸਵਾਲ। ਵਾਜਬ ਜਵਾਬ ਮੇਰੇ ਖਿਆਲ ਪਿਰਾਮਿਡ ਵੱਲੋਂ ਜਿਸ ਤਰ੍ਹਾਂ ਬਿਲਕੁਲ ਜੀ, ਪਿਰਾਮਿਡ ਈ ਸਰਵਿਸਿਜ਼ ਦੀ ਸਮੁੱਚੀ ਟੀਮ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਕਿਸੇ ਵੇਲੇ ਵੀ ਕਾਲ ਕਰ ਸਕਦੇ ਹੋ, ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮੇਰੀ ਟੀਮ ਮੇਰੇ ਵੱਲੋਂ ਹੀ ਟ੍ਰੇਨਡ ਹੈ। ਹਰ ਹਫਤੇ 3 ਤੋਂ 4 ਟ੍ਰੇਨਿੰਗ ਸੈਸ਼ਨ ਮੈਂ ਆਪ ਆਪਣੀ ਟੀਮ ਨੂੰ ਦਿੰਦਾ ਹੈ। ਨਵੀਂ ਪਾਲਿਸੀਜ਼ ਨੂੰ ਅਪਡੇਟ ਕੀਤਾ ਜਾਂਦਾ ਹੈ, ਕੀ ਸਿਸਟਮ ਚੱਲ ਰਿਹਾ ਹੈ, ਵੀਜ਼ਾ ਆਫਿਸਿਸ ਵਿੱਚ ਕੀ ਇਸ ਵੇਲੇ ਫਾਈਲਿੰਗ ਦੀ ਪ੍ਰੋਸੈਸਿੰਗ ਚੱਲ ਰਹੀ ਹੈ, ਟਾਈਮ ਕਿੰਨਾ ਲੱਗੇਗਾ, ਰਿਜ਼ਲਟਸ ਕਿੱਦਾਂ ਦੇ ਆ ਰਹੇ ਹੈ, ਇਹਨਾਂ ਬਾਰੇ ਆਪਾਂ ਜਾਣਕਾਰੀ ਦਿੱਤੀ ਜਾਂਦੀ ਹੈ। ਔਰ ਜੇ ਤੁਸੀਂ ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਤੇ ਜਲੰਧਰ ਵਿੱਚ ਮੈਂ ਸੋਮਵਾਰ, ਬੁੱਧਵਾਰ ਔਰ ਸ਼ੁੱਕਰਵਾਰ ਅਵੇਲੇਬਲ ਹੁੰਦਾ ਹਾਂ। ਜੇ ਤੁਸੀਂ ਮੇਰੇ ਲੁਧਿਆਣਾ ਆਫਿਸ ਵਿੱਚ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਦਿਨ ਵੀਰਵਾਰ ਹਰ ਹਫਤੇ ਮੈਂ ਆਪਣੇ ਲੁਧਿਆਣਾ ਦਫ਼ਤਰ ਵਿੱਚ ਮੌਜੂਦ ਹੁੰਦਾ ਹਾਂ। ਜੇ ਤੁਸੀਂ ਹੁਣ ਸਾਨੂੰ ਚੰਡੀਗੜ੍ਹ ਵੀ ਮਿਲਣਾ ਚਾਹੁੰਦੇ ਹੋ, ਸੋ ਜਿਹੜੇ ਬੱਚੇ ਹਿਮਾਚਲ ਦੇ ਸੀ, ਹਰਿਆਣੇ ਦੇ ਸੀ, ਪਟਿਆਲਾ ਦੇ ਸੀ ਜਾਂ ਇਹਨਾਂ ਦੇ ਏਰੀਆ ਦੇ ਆਸ-ਪਾਸ ਸੀ, ਉਹ ਹੁਣ ਸਾਨੂੰ ਚੰਡੀਗੜ੍ਹ ਵੀ ਮਿਲ ਸਕਦੇ हैं। ਮੰਗਲਵਾਰ ਨੂੰ ਮੈਂ ਚੰਡੀਗੜ੍ਹ ਅਵੇਲੇਬਲ ਹੁੰਦਾ। ਸੋ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਜਲੰਧਰ, ਮੰਗਲਵਾਰ ਚੰਡੀਗੜ੍ਹ ਅਤੇ ਵੀਰਵਾਰ ਲੁਧਿਆਣੇ ਵਿੱਚ ਅਵੇਲੇਬਿਲਿਟੀ ਹੈ। ਔਰ ਕੈਨੇਡਾ ਸੰਬੰਧੀ ਜਿਹੜਾ ਸੈਪਟੈਂਬਰ ਇਨਟੇਕ ਦੀ ਐਡਮਿਸ਼ਨਸ ਪਿਛਲੇ ਵਾਰੀ ਤੁਸੀਂ ਡਿਟੇਲ 'ਚ ਗੱਲ ਕੀਤੀ ਸੀ ਕਿ ਜੁਲਾਈ ਦੇ ਵਿੱਚ ਆਪਣਾ ਜਿਹੜਾ ਹੈਗਾ GIC ਖਿਲਾ ਲੈਣਾ ਚਾਹੀਦਾ ਵਿਦਿਆਰਥੀ ਨੂੰ ਮਿਡ ਤੱਕ। ਉਸ ਤੋਂ ਬਾਅਦ ਜਿਹੜੀ ਹੈਗੀ ਹੈ, ਵੈਸੇ ਤਾਂ 1 ਤਰੀਕ ਤੁਸੀਂ ਦੱਸਿਆ ਸੀਗਾ, ਬਟ 1 ਤੋਂ ਬਾਅਦ 5-7-10 ਦਿਨ ਕਈ ਵਾਰੀ ਐਕਸਟੈਂਸ਼ਨਸ ਵੀ ਮਿਲ ਜਾਂਦੀ ਹੈ ਐਪਲੀਕੇਸ਼ਨਸ ਪਾਉਣ ਦੀ। ਸੋ ਵਿਦਿਆਰਥੀ ਜਿਹੜਾ ਹੁਣ ਆ ਰਿਹਾ ਤੁਹਾਡੇ ਕੋਲ, ਕਿਸ ਤਰ੍ਹਾਂ ਦੀਆਂ ਦੇਰੀ ਹੋ ਰਹੀ ਹੈ, ਕੀ ਗਲਤੀ ਹੋ ਰਹੀ ਹੈ, ਕੀ ਸੋਚ ਕੇ ਬੈਠਿਆ ਸੀ ਘਰੇ ਹੁਣ ਤੱਕ? ਕਿਉਂਕਿ ਕੈਨੇਡਾ ਸੰਬੰਧੀ ਅਕਸਰ ਹੀ ਆਪਾਂ ਬਹੁਤ ਸਾਰੇ ਸ਼ੋਜ਼ ਦੇ ਵਿੱਚ ਬੋਲਿਆ ਕਿ ਜਨਵਰੀ ਇਨਟੇਕ, ਅੱਜ ਜਦੋਂ ਅਸੀਂ ਗੱਲ ਕਰ ਲਈ ਕਿ ਜਨਵਰੀ ਇਨਟੇਕ, ਉਹਨੂੰ ਲੱਗਦਾ ਕਿ ਸ਼ਾਇਦ 2015 ਦੀ ਗੱਲ ਹੋ ਰਹੀ ਹੈ। ਉਹਨੂੰ ਨਹੀਂ ਪਤਾ ਕਿ ਅੱਜ ਹੀ ਸੀਟਾਂ ਭਰੀਆਂ ਜਾ ਰਹੀਆਂ ਨੇ, ਉਹਨੂੰ ਨਹੀਂ ਪਤਾ ਕਿ 3 ਮਹੀਨੇ ਦਾ ਪ੍ਰੋਸੈਸ ਹੈਗਾ। ਬਾਕੀ ਦੇ ਦੇਸ਼ਾਂ ਵਾਂਗੂ ਟ੍ਰੀਟ ਕੀਤਾ ਜਾਂਦਾ ਕੈਨੇਡਾ ਨੂੰ, ਨਹੀਂ? ਕੈਨੇਡਾ ਡਿਫਰੈਂਟ ਹੈ। ਦੇਖੋ ਕੈਨੇਡਾ ਬਿਲਕੁਲ ਹੀ ਅਲੱਗ ਹੈ। ਕੈਨੇਡਾ ਪਹਿਲੀ ਗੱਲ ਤਾਂ ਜਿਹੜਾ ਕੈਨੇਡਾ ਜਾਣ ਲਈ ਰੁਝਾਨ ਹੈ ਸਿਰਫ ਇੰਡੀਆ 'ਚੋਂ ਨਹੀਂ ਹੈ, ਪੂਰੀ ਦੁਨੀਆ ਦੇ ਹਰ ਮੁਲਕ ਵਿੱਚੋਂ ਰੁਝਾਨ ਕੈਨੇਡਾ ਦਾ ਹੌਲੀ ਵੱਧ ਰਿਹਾ ਹੈ। ਜਿਹੜੇ ਰੀਸੈਂਟ ਸਰਵੇਜ਼ ਹੋਏ ਹੈ, ਕੈਨੇਡਾ ਨੂੰ ਸਭ ਤੋਂ ਸੇਫ ਮੁਲਕ ਰਹਿਣ ਲਈ ਕਿਹਾ ਗਿਆ ਹੈ, ਸਭ ਤੋਂ ਖੂਬਸੂਰਤ ਮੁਲਕ ਕੈਨੇਡਾ ਨੂੰ ਰਹਿਣ ਲਈ ਕਿਹਾ ਗਿਆ ਹੈ। ਸੋ ਚਾਈਨੀਜ਼ ਦਾ ਬਹੁਤ ਅਟਰੈਕਸ਼ਨ ਹੈ, ਵੀਅਤਨਾਮ ਵਿੱਚ ਬਹੁਤ ਅਟਰੈਕਸ਼ਨ ਹੈ, ਜਿੱਥੇ SPP ਵੀ ਹੁਣ ਚੱਲ ਰਿਹਾ ਹੈ। ਸੋ ਮੇਰੀ ਇਹੀ ਰਿਕੁਐਸਟ ਹੈ, ਇਹੀ ਗੁਜ਼ਾਰਿਸ਼ ਹੈ ਕਿ ਸੈਪਟੈਂਬਰ ਵਾਸਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ, ਜੇ ਤੁਸੀਂ ਨਾਨ ਮੈਡੀਕਲ ਕੀਤੀ ਹੈ, ਜੇ ਤੁਸੀਂ ਕਮਰਸ ਕੀਤੀ ਹੈ, ਸੈਪਟੈਂਬਰ ਸੈਸ਼ਨ ਵਾਸਤੇ ਸਾਡੇ ਕੋਲ ਹਜੇ ਵੀ ਕੋਰਸਿਸ ਅਵੇਲੇਬਲ ਹੈ। ਕੋਪ ਪਿਆ, ਬਿਲਕੁਲ ਹਜੇ ਵੀ ਕੋਪ ਪਿਆ ਹੈ, ਵੈਂਕੂਵਰ ਵਿੱਚ ਵੀ ਪਿਆ ਹੈ, ਟੋਰਾਂਟੋ ਵਿੱਚ ਵੀ ਪਿਆ ਹੈ। ਜੇ ਤੁਸੀਂ BTech ਕੀਤੀ ਹੈ, ਚਾਹੇ ਕੰਪਿਊਟਰ ਸਾਇੰਸ ਵਿੱਚ ਕੀਤੀ ਹੋਵੇ, ਚਾਹੇ ਇਲੈਕਟ੍ਰੋਨਿਕਸ ਵਿੱਚ, ਚਾਹੇ ਮਕੈਨੀਕਲ ਵਿੱਚ, ਸਾਡੇ ਕੋਲ ਹਜੇ ਵੀ ਓਨਟਾਰੀਓ ਵਿੱਚ ਔਰ ਬ੍ਰਿਟਿਸ਼ ਕੋਲੰਬੀਆ ਵਿੱਚ ਤੁਹਾਡੇ ਲਈ ਪ੍ਰੋਗਰਾਮਸ ਅਵੇਲੇਬਲ ਹਨ। ਖੁਸ਼ਖਬਰੀ BBA, BCom, BTech, BCA ਸਟੂਡੈਂਟਸ ਲਈ ਕਿ 6 ਬੈਂਡ ਤੇ ਵੀ ਹੁਣ ਤੁਸੀਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹਾਸਿਲ ਕਰ ਸਕਦੇ ਹੋ। 6.5 ਬੈਂਡ ਨਹੀਂ ਆਏ, ਨਿਰਾਸ਼ ਨਾ ਹੋਵੋ। ਓਵਰਆਲ 6.5 ਹੈ, ਇੱਕ ਵਿੱਚ 5.5 ਹੈ, ਓਵਰਆਲ 6 ਹੈ, ਈਚ 5.5 ਹੈ। BBA, BCom, BTech, BCA ਜੇ 50% ਤੋਂ ਉੱਪਰ ਨੰਬਰ ਹੈ, 10 ਤੋਂ ਘੱਟ ਸਪਲੀਆਂ ਹੈ, ਤੁਸੀਂ ਡੈਫੀਨੇਟਲੀ ਅਪਲਾਈ ਕਰ ਸਕਦੇ ਹੋ ਸਪਟੈਂਬਰ ਸੈਸ਼ਨ ਲਈ। ਹਾਂ, ਨਰਸਿੰਗ ਸਟੂਡੈਂਟਸ ਹੋ ਗਏ ਜਾਂ ਮੈਡੀਕਲ ਸਟੂਡੈਂਟਸ ਹੋ ਗਏ ਜਾਂ ਆਰਟ ਸਟੂਡੈਂਟਸ ਹੋ ਗਏ, ਮੈਂ ਇਹੀ ਰਿਕੁਐਸਟ ਕਰੂੰਗਾ ਕਿ ਜਨਵਰੀ ਸੈਸ਼ਨ ਲਈ, ਖਾਸ ਕਰ ਮੈਡੀਕਲ ਸਟੂਡੈਂਟਸ ਲਈ ਜਨਵਰੀ ਸੈਸ਼ਨ ਲਈ ਹੁਣੀ ਅਪਲਾਈ ਕਰ ਦਿਓ। ਕੱਲ ਪਰਸੋਂ ਆਪਾਂ ਇੱਕ ਫੈਮਿਲੀ ਨੂੰ ਮਿਲ ਰਹੇ ਸੀ, ਉਹਨਾਂ ਨੇ ਕਿਹਾ ਕਿ ਸਾਡਾ 18 ਜੁਲਾਈ ਨੂੰ ਐਗਜ਼ਾਮ ਹੈ, 28 ਜੁਲਾਈ ਨੂੰ ਆਵਾਂਗੇ, ਜਨਵਰੀ ਦਾ ਬਹੁਤ ਸਮਾਂ ਪਿਆ ਹੋਣਾ। ਇਹ ਚੀਜ਼ ਆਪਾਂ
ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੁਲਾਈ ਅਖੀਰ ਤੱਕ ਜਨਵਰੀ ਸੈਸ਼ਨ ਦੇ ਸਾਰੇ ਮੈਡੀਕਲ ਕੋਰਸਸ ਭਰ ਚੁੱਕੇ ਹੋਣਗੇ, ਕਿਉਂਕਿ ਕੋਰਸ ਵੀ ਘੱਟ ਹੋਣੇ, ਮੇਰੇ ਖਿਆਲ ਇਨਟੇਕ ਵੀ ਛੋਟਾ ਹੁੰਦਾ ਹੈ। ਇਨਟੇਕ ਵੀ ਛੋਟਾ ਹੈ, ਹਰ ਕਾਲਜ ਵਿੱਚ ਕੋਰਸਸ ਵੀ ਅਵੇਲੇਬਲ ਨਹੀਂ ਹੈ। ਜਿਹੜੇ ਕੋਰਸਸ ਅਵੇਲੇਬਲ ਹੈ ਉਹ ਯੂਜੂਅਲੀ ਸਪਟੈਂਬਰ ਤੱਕ ਆਂਦੇ ਜਨਵਰੀ ਲਈ ਵੈਸੇ ਭਰ ਜਾਂਦੇ ਆ। ਸੋ ਜੇ ਤੁਸੀਂ ਜਨਵਰੀ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ 2014 2013 ਪਾਸ ਆਊਟ ਹੋ ਜਾਂ 2012 ਪਾਸ ਆਊਟ ਵੀ ਹੋ, ਤੁਸੀਂ ਜਨਵਰੀ ਵਾਸਤੇ ਵੀ ਆਪਣੀ ਹੁਣੀ ਸੀਟ ਬੁੱਕ ਕਰਵਾਓ, ਕਿਉਂਕਿ ਕੋਰਸਸ ਨਹੀਂ ਮਿਲਨੇ। ਨਾਨ ਮੈਡੀਕਲ ਔਰ ਕਮਰਸ ਬੱਚਿਆਂ ਨੂੰ ਮੈਂ 2 ਮਹੀਨੇ ਹੋਰ ਦੇ ਰਿਹਾ। ਤੁਸੀਂ ਆਪਣਾ ਆਇਲਟਸ ਕਰੋ, ਆਪਣਾ ਆਰਾਮ ਨਾਲ ਪ੍ਰੋਸੈਸਿੰਗ ਕਰੋ, ਪਰ ਮੈਡੀਕਲ ਆਰਟਸ ਵਾਲੇ ਬੱਚੇ, ਖਾਸ ਕਰ ਨਰਸਿੰਗ ਵਾਲੇ ਬੱਚੇ ਇਮੀਡੀਏਟਲੀ ਬੁੱਕ ਕਰਵਾ। ਨਰਸਿੰਗ ਵਾਲੇ ਬੱਚਿਆਂ ਨੂੰ ਮੈਂ ਬਹੁਤ ਅੱਛੇ ਕੋਰਸਸ ਦੇ ਸਕਦਾ ਹਾਂ ਜਨਵਰੀ ਵਾਸਤੇ। ਇਸ ਤੋਂ ਇਲਾਵਾ ਅਗਰ ਤੁਸੀਂ ਆਯੁਰਵੈਦਿਕ ਸਾਇੰਸਿਸ ਕੀਤੀ ਹੈ, ਅਗਰ ਤੁਸੀਂ MBBS ਕੀਤੀ ਹੈ, ਡੈਂਟਿਸਟਰੀ ਤੁਸੀਂ ਕੀਤੀ ਹੈ, ਜਨਵਰੀ ਸੈਸ਼ਨ ਵਾਸਤੇ ਤੁਹਾਡੇ ਲਈ ਡੈਫੀਨਿਟਲੀ ਕੋਰਸਸ ਅਵੇਲੇਬਲ। ਅੱਛਾ ਭਵਨੂਰ ਜੀ, ਜਿਹੜੀ ਕਈ ਵਾਰੀ ਅਸੀਂ ਗਾਈਡਲਾਈਨ ਦੇ ਦਿੰਦੇ ਕਿ ਵਿਦਿਆਰਥੀ ਨੂੰ MA ਅਪਲਾਈ ਕਰਨਾ ਚਾਹੀਦਾ ਹੈ, ਵਿਦਿਆਰਥੀ ਨੂੰ MA ਧਿਆਨ ਰੱਖਣਾ ਚਾਹੀਦਾ ਹੈ, MA ਪੱਕਾ ਹੁੰਦਾ, MA ਸਪੌਸ ਕੇਸ ਜਾਂਦਾ। ਦੂਜਾ ਪਾਸਾ ਅਸੀਂ ਕਈ ਵਾਰੀ ਦੱਸ ਦਿੰਦੇ ਹੁੰਦੇ ਕਿ ਵਿਦਿਆਰਥੀ ਨੂੰ ਸਕਸੈਸ ਰੇਟ, ਕਿ ਸਾਡਾ ਸਕਸੈਸ ਰੇਟ ਇਹ ਰਿਹਾ MA ਲਿਆ। ਪਰ ਇੱਕ ਜਿਹੜਾ ਤੀਜਾ ਫੈਕਟਰ ਹੈ ਉਹ ਹਮੇਸ਼ਾ ਹੀ ਮੇਰੇ ਖਿਆਲ ਸਭ ਤੋਂ ਵੱਧ ਲਾਹੇਵੰਦ ਹੁੰਦਾ ਕਿ ਜਿਹੜੀਆਂ ਰਿਫਿਊਜ਼ਲਸ ਆਈਆਂ ਨੇ ਉਹਨਾਂ ਪਿੱਛੇ ਕਾਰਨ ਕੀ ਰਹੇ ਨੇ। ਉਹਨਾਂ ਤੋਂ ਸਾਡੇ ਐਕਸਪਰਟਸ ਕੰਸਲਟੈਂਟਸ ਵੀ ਸਿੱਖਦੇ ਨੇ, ਸਾਡੀ ਇੰਡਸਟਰੀ ਵੀ ਸਿੱਖਦੀ ਹੈ, ਵਿਦਿਆਰਥੀ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਅਵੇਅਰ ਹੁੰਦਾ ਹੈ, ਜਿਹਦੀ ਜਿੰਦਾ ਮਿਸਾਲ ਹੁਣੇ ਤੁਸੀਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਸੀ ਕਿ ਗਲਤ ਲਾਏ ਗਏ ਡਾਕੂਮੈਂਟਸ ਆਸਟ੍ਰੇਲੀਆ 'ਚ ਇੱਕ ਰਿਫਿਊਜ਼ਲ ਦਾ ਕਾਰਨ ਬਣੇ। ਸੋ ਕੈਨੇਡਾ ਦੇ ਸੰਦਰਭ 'ਚ ਕੀ ਕਹਿਣਾ ਚਾਹੁੰਦੇ ਰਿਫਿਊਜ਼ਲ ਕੇਸਿਸ? ਦੇਖੋ, ਬਹੁਤ ਸਾਰੇ ਰਿਫਿਊਜ਼ਲ ਕੇਸਿਸ ਇੱਦਾਂ ਦੇ ਵੀ ਹਨ ਜਿਹੜੇ ਆਪਾਂ ਸੋਚਿਆ ਕਿ ਇਹਨੂੰ ਇਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਦਿੱਤੀ ਜਾਵੇ ਤੇ 2-2 3-3 ਵਾਰ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਆਇਆ ਹੈ। ਪ੍ਰੋਬੇਬਿਲਿਟੀ ਜੇ ਤੁਹਾਡਾ ਰਿਫਿਊਜ਼ਲ 3 ਜਾਂ 4 ਵਾਰ ਲੱਗ ਚੁੱਕਾ ਹੈ, ਪ੍ਰੋਬੇਬਿਲਿਟੀ ਘਟ ਜਾਂਦੀ ਹੈ। ਜਿੱਦਾਂ ਜਿੱਦਾਂ ਰਿਫਿਊਜ਼ਲ ਵੱਧਦੇ ਰਹਿੰਦੇ ਪ੍ਰੋਬੇਬਿਲਿਟੀ ਘਟਦੀ ਰਹਿੰਦੀ ਹੈ। ਸਭ ਤੋਂ ਮੁੱਖ ਕਾਰਨ ਜਿਹੜਾ ਦੇਖਿਆ ਗਿਆ ਹੈ ਰਿਫਿਊਜ਼ਲ ਦਾ ਹੈ ਉਹ ਗਲਤ ਕੋਰਸ ਦਾ ਦੇਣਾ। ਫੋਰ ਐਗਜ਼ਾਮਪਲ ਮੈਂ ਗੱਲ ਕਰ ਰਿਹਾ, ਰੀਸੈਂਟ ਇੱਕ ਕੇਸ ਸਾਡੇ ਸਾਹਮਣੇ ਆਇਆ ਕਿ ਬੱਚੇ ਨੇ ਬੈਚਲਰ ਆਫ ਆਰਟਸ ਕੀਤੀ ਸੀ, ਸਾਈਕੋਲੋਜੀ ਸਬਜੈਕਟ ਰੱਖੇ ਸੀ, ਇੰਗਲਿਸ਼ ਸਬਜੈਕਟ ਰੱਖੇ ਸੀ, ਉਹਨੂੰ ਕੋਰਸ ਜਿਹੜਾ ਦਿੱਤਾ ਗਿਆ ਉਹ ਹਿਊਮਨ ਰਿਸੋਰਸ ਮੈਨੇਜਮੈਂਟ ਦਿੱਤਾ ਗਿਆ। ਸਭ ਤੋਂ ਪਹਿਲੇ ਉਹਨੂੰ ਦਿੱਤਾ ਗਿਆ ਹੌਸਪਿਟੈਲਿਟੀ, ਸਭ ਤੋਂ ਪਹਿਲੇ ਉਹਨੂੰ ਹੌਸਪਿਟੈਲਿਟੀ ਦਾ ਕੋਰਸ ਦਿੱਤਾ ਗਿਆ, ਉਹ ਵਿਚਾਰੇ ਦਾ ਰਿਫਿਊਜ਼ਲ ਆ ਗਿਆ। ਉਸ ਤੋਂ ਬਾਅਦ ਸੈਕੰਡ ਵਾਰੀ ਉਹਨੇ ਉਸੇ ਕੇਸ ਏਜੰਟ ਤੋਂ ਚੰਡੀਗੜ੍ਹ ਤੋਂ ਉਹਨੇ ਉਸ ਕੇਸ ਦਾ ਦੁਆਰ ਤੋਂ ਲਗਵਾਈ। ਪਹਿਲੀ ਵਾਰੀ ਉਹਨੇ ਲੁਧਿਆਣੇ ਤੋਂ ਲਗਵਾਈ, ਦੂਜੀ ਵਾਰੀ ਉਹਨੇ ਚੰਡੀਗੜ੍ਹ ਤੋਂ ਲਗਵਾਈ, ਦੂਜੀ ਵਾਰੀ ਉਹਨੂੰ ਹਿਊਮਨ ਰਿਸੋਰਸ ਪੋਸਟ ਗ੍ਰੈਜੂਏਸ਼ਨ ਦੇ ਦਿੱਤਾ ਗਿਆ। ਸੋ ਉਹਦੇ ਨਾਲ ਫਿਰ ਉਹਦਾ ਦੁਆਰ ਤੋਂ ਰਿਫਿਊਜ਼ਲ ਆ ਗਿਆ। ਸੋ ਬੇਸਿਕਲੀ ਉਹ ਬੱਚਾ ਸਾਡੇ ਕੋਲ ਆਇਆ, ਹੁਣ ਪੇਸ ਪ੍ਰੋਸੈਸਿੰਗ ਵਿੱਚ ਹੈ। ਆਪਾਂ ਦੁਆ ਕਰਦੇ ਹਾਂ ਕਿ ਉਹਦਾ ਕੇਸ ਸਾਡੇ ਥਰੂ ਡੈਫੀਨੇਟਲੀ ਲੱਗ ਜਾਵੇ, ਪਰ ਪਹਿਲੀ 2 ਵਾਰੀ ਜਿਹੜੀਆਂ ਗਲਤੀਆਂ ਕੀਤੀਆਂ ਉਹਨੂੰ ਉਹ ਡੈਫੀਨੇਟਲੀ ਕੋਸਟ ਕਰੂਗੀ। ਸੋ ਮੇਰਾ ਇਹੀ ਪੁਆਇੰਟ ਹੈ ਕਿ ਕੋਰਸ ਸਹੀ ਤਰੀਕੇ ਨਾਲ ਦਿਓ। ਜਿੱਦਾਂ ਸਾਈਕੋਲੋਜੀ ਕੀਤੀ ਹੈ, ਕੋਈ ਕਰੀਅਰ ਪ੍ਰੈਕਟੀਸ਼ਨਰ ਜਿਹੜਾ ਕਿ ਸਾਈਕੋਲੋਜੀ ਦੇ ਨਾਲ ਰਿਲੇਟਡ ਹੈ, ਕੋਈ ਐਜੂਕੇਸ਼ਨ ਦੇ ਨਾਲ ਰਿਲੇਟਡ ਉਹਨੂੰ ਕੋਰਸ ਦਿੱਤਾ ਜਾ ਸਕਦਾ ਹੈ ਜਿਹੜਾ ਸਾਈਕੋਲੋਜੀ ਦੇ ਨਾਲ ਰਿਲੇਟਡ ਹੈ। ਹਿਊਮਨ ਰਿਸੋਰਸ ਹੌਸਪਿਟੈਲਿਟੀ ਦਾ ਤੁੱਕ ਹੀ ਨਹੀਂ ਬਣਦਾ। ਇੰਗਲਿਸ਼ ਵਿੱਚ ਅੱਛੇ ਨੰਬਰ ਹੈ, ਤੁਸੀਂ ਜਰਨਲਿਜ਼ਮ ਦੇ ਸਕਦੇ ਹੋ ਅਗਰ ਬੱਚੇ ਦਾ ਪ੍ਰਿੰਟ ਜਾਂ ਬ੍ਰੌਡਕਾਸਟਿੰਗ ਜਰਨਲਿਜ਼ਮ ਵਿੱਚ ਇੰਟਰਸਟ ਹੈ। ਸੋ ਇੱਦਾਂ ਦੀਆਂ ਬਾਰੀਕ ਚੀਜ਼ਾਂ ਦੇਖਣੀਆਂ ਜ਼ਰੂਰੀ ਹੈ। ਰਿਫਿਊਜ਼ਲ ਕੇਸਿਸ ਲਈ ਸਭ ਤੋਂ ਇੰਪੋਰਟੈਂਟ ਪੁਆਇੰਟ केप्स CAIP केप नोट्स कटवाने बहुत ज़रूरी है। कुल 60 तो $80 केप नोट्स कटवाने का खर्चा है, 4-5 हज़ार तो वध खर्चा नहीं है। यूजुअल एजेंट्स 20 तो 25 हज़ार केप नोट्स दे भी खर्चा लेंदे हैं, वो बिल्कुल गलत है। सिर्फ 4 तो 5 हज़ार रुपया केप्स लिए खर्चा आता है। $100 तो $150 सो 80 तो 100 सॉरी इनफैक्ट 60 तो 80। सो केप नोट्स कटवाओ। केप नोट्स एक डिटेल्ड रीजन हुंदा है कि तुहाडा रिफ्यूजल क्यों लगा। जिद्दां आपां पहले भी डिस्कस कर चुके हाँ कि एक बच्चे दे 82% नंबर सी, ਉਹਦਾ ਰਿਫਿਊਜ਼ਲ ਲੱਗਾ ਕਿਉਂਕਿ ਉਹਦਾ ਜਿਹੜਾ ਬ੍ਰਦਰ ਸੀ ਉਹਨੇ ਕਾਲਜ ਚੇਂਜ ਕਰ ਲਿਆ। ਇਹ ਚੀਜ਼ ਰਿਫਿਊਜ਼ਲ ਲੈਟਰ ਵਿੱਚ ਮੈਂਸ਼ਨਡ ਨਹੀਂ ਸੀ। ਜਦੋਂ ਸਾਡੇ ਕੋਲ ਉਹ ਬੱਚਾ ਰਿਫਿਊਜ਼ਲ ਲੈਟਰ ਲੈ ਕੇ ਆਇਆ ਤੇ ਉਹਦੀ ਫੈਮਿਲੀ ਹਿਸਟਰੀ ਵਿੱਚ ਕ੍ਰਾਸ ਲੱਗਾ ਸੀ ਤੇ ਆਪਾਂ ਉਹਨੂੰ ਬੱਚੇ ਨੂੰ ਪੁੱਛਿਆ ਕਿ ਤੁਹਾਡਾ ਕੋਈ ਉੱਥੇ ਰਿਲੇਟਿਵ ਹੈ? ਉਹਨੇ ਕਿਹਾ ਹਾਂਜੀ ਸਾਡਾ ਰਿਲੇਟਿਵ ਹੈ, ਮੇਰਾ ਬ੍ਰਦਰ ਸਟੂਡੈਂਟ ਵੀਜ਼ੇ ਲਈ ਗਿਆ ਸੀ, ਉਹ ਬ੍ਰਿਟਿਸ਼ ਕੋਲੰਬੀਆ ਪੜ੍ਹਦਾ ਪਿਆ। ਤੋ ਉਸ ਤੋਂ ਬਾਅਦ ਆਪਾਂ ਜਦੋਂ ਉਹਦੇ ਕੇਪਸ ਮੰਗਵਾ ਕੇ ਦੇਖੇ ਤਾਂ ਪਤਾ ਲੱਗਾ ਕਿ ਉਹਦਾ ਬ੍ਰਦਰ ਪਹਿਲੇ ਐਡਮਿੰਟਨ ਗਿਆ ਸੀ, ਐਡਮਿੰਟਨ ਤੋਂ ਉਹਨੇ ਵੈਨਕੂਵਰ ਵਿੱਚ ਟ੍ਰਾਂਸਫਰ ਲੈ ਲਈ ਔਰ ਵੈਨਕੂਵਰ ਵਿੱਚ ਜਦੋਂ ਉਹਦਾ ਰਿਪੋਰਟ ਕਾਰਡ ਐਮਬੈਸੀ ਨੇ ਮੰਗਵਾਇਆ ਕਾਲਜ ਤੋਂ ਤੇ ਉਹ ਫੇਲ ਹੋ ਗਿਆ। ਸੋ ਉਹਨਾਂ ਨੇ ਕਿਹਾ ਕਿ ਜੋ ਤੁਹਾਡੇ ਭਰਾ ਨੇ ਉੱਥੇ ਜਾ ਕੇ ਕੀਤਾ ਤੁਸੀਂ ਵੀ ਉਹੀ ਕਰਨਾ ਹੈ, ਇਸ ਲਈ ਸਾਨੂੰ ਸ਼ੱਕ ਹੈ ਕਿ ਤੁਸੀਂ ਉੱਥੇ ਇੱਕ ਅੱਛੇ ਨਾਗਰਿਕ ਨਹੀਂ ਬਣ ਸਕਦੇ, ਤੁਹਾਡਾ ਆਪਾਂ ਕੇਸ ਨਕਾਰ ਰਹੇ ਹਾਂ। ਸੋ ਮੇਰਾ ਪੁਆਇੰਟ ਹੈ ਕਿ ਇਹ ਛੋਟੀ ਮਾਈਨਿਊਟ ਡਿਟੇਲਸ ਵੀ ਉਹ ਦੇਖਦੇ ਹੈ। ਇਸ ਲਈ ਜੇ ਤੁਹਾਡੇ ਰਿਲੇਟਿਵਸ ਉੱਥੇ ਜਾ ਰਹੇ ਹੈ ਉਹਨਾਂ ਨੂੰ ਰੋਕੋ ਟ੍ਰਾਂਸਫਰ ਕਰਨ ਤੋਂ, ਉਹਨਾਂ ਨੂੰ ਕੋ ਪੜ੍ਹਾਈ ਕਰਨ। ਔਰ ਤੁਸੀਂ ਜਦੋਂ ਕੇਸ ਲਗਵਾਉਂਦੇ ਹੋ ਹਰ ਇੱਕ ਮਾਈਨਿਊਟ, ਹੁਣ ਇਹੀ ਬੱਚੇ ਦਾ ਅਗਰ ਐਕਸਪਲੇਨ ਕੀਤਾ ਜਾਂਦਾ ਕਿ ਸਾਡਾ ਬ੍ਰਦਰ ਉੱਥੇ ਗਿਆ ਸੀ, ਉਹਨੇ ਜਾ ਕੇ ਗੁੰਮਰਾਹ ਹੋ ਗਿਆ, ਇਹਨੂੰ ਪੜ੍ਹ ਨਹੀਂ ਪਾਇਆ ਜਾਂ ਕੋਈ ਵੀ ਕਾਰਨ ਐਕਸਪਲੇਨ ਕੀਤੇ ਜਾਂਦੇ ਪਹਿਲੀ ਵਾਰੀ ਹੀ ਐਪਲੀਕੇਸ਼ਨ ਵਿੱਚ, ਤਾਂ ਸ਼ਾਇਦ ਜਿਸ ਬੱਚੇ ਦੇ 82% ਨੰਬਰ ਸੀ ਸ਼ਾਇਦ ਉਹਦਾ ਵੀਜ਼ਾ ਆ ਜਾਂਦਾ। ਇਹ ਤਾਂ ਇਹਦਾ ਨਹੀਂ ਕਿਤੇ ਕਹਾਵਤ ਬਣੀ ਭਵਨੂਰ ਜੀ ਕਿ ਮਾੜੇ ਵਕਤ ਭੈਣ ਭਰਾ ਹੀ ਖੜਦੇ ਉਹੀ ਰਵਾ ਕੇ ਲੈ ਗਏ। ਸੋ
ਮੇਰਾ ਇਹ ਪੁਆਇੰਟ ਹੈ ਕਿ ਇਹ ਚੀਜ਼ਾਂ ਨੂੰ ਧਿਆਨ ਦਿਓ। ਰਿਫਿਊਜ਼ਲ ਕੇਸਿਸ ਜੇ ਤੁਹਾਡੇ 60% ਤੋਂ ਉੱਪਰ ਨੰਬਰ ਹੈ, ਇੱਕ ਵਾਰੀ ਜਾਂ ਦੋ ਵਾਰੀ ਰਿਫਿਊਜ਼ਲ ਲੱਗ ਚੁੱਕਾ ਹੈ, 2013 ਜਾਂ 14 ਪਾਸ ਆਊਟ ਹੋ ਤੇ ਡੈਫੀਨੇਟਲੀ ਦੁਬਾਰਾ ਤੋਂ ਵੀਜ਼ਾ ਹਾਸਿਲ ਕੀਤਾ ਜਾ ਸਕਦਾ ਹੈ। ਚਾਂਸਸ ਕਾफ़ी ब्राइट है। सितंबर के रिजल्ट्स बहुत अच्छे आ रहे हैं, बहुत शानदार नतीजे आ रहे हैं। खासकर जिन्होंने बच्चों ने मैडिकल, नॉन मैडिकल और कमर्स रखी हुई है, बीटेक वाले बच्चों के, बीकॉम BBA वाले बच्चों के, BCA वाले बच्चों के जिन्हों के 48% एंड अबव है फ्रैश केसेस, अगर रिफ्यूजल है तो 60% एंड अबव केसेस के भी वीजे आ रहे हैं। थैंक यू, मेहरबानी, शुक्रिया। वादे के मुताबिक ਅਸੀਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੇ। ਪਿਛਲੇ ਸ਼ੋਅ 'ਚ ਵਾਅਦਾ ਕੀਤਾ ਸੀ ਕਿ ਸਮੇਂ ਦੀ ਘਾਟ ਹੈਗੀ, ਨਿਊਜ਼ੀਲੈਂਡ ਨੂੰ ਡਿਟੇਲ ਦੇ ਵਿੱਚ ਚਰਚਾ ਦਾ ਵਿਸ਼ਾ ਬਣਾਵਾਂਗੇ। ਕਿਸੇ ਵੀ ਕਾਰਨ ਸ਼ੋਅ ਮਿਸ ਹੋ ਗਿਆ, ਕੱਲ੍ਹ ਨੂੰ ਰਿਪੀਟ ਟੈਲੀਕਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸ਼ੋਅ ਤੋਂ ਬਾਅਦ ਨੰਬਰ ਫੀਡ ਕਰਕੇ ਕੋਈ ਵੀ ਸਵਾਲ ਕੈਨੇਡਾ ਸੈਪਟੈਂਬਰ ਇਨਟੇਕ ਔਰ ਨਿਊਜ਼ੀਲੈਂਡ ਸੰਬੰਧੀ ਸਵਾਲ ਪੁੱਛ ਸਕਦੇ ਹੋ ਆਪਣੇ ਦੋਸਤ ਰਣਵੀਰ ਸੰਧੂ ਨਾਗੇ ਦਾ। ਸ਼ੁਕਰੀਆ। ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਵਿਦੇਸ਼ ਅਤੇ ਕਰਨਾ ਚਾਹੁੰਦੇ ਹੋ ਆਪਣੇ ਸੁਪਨਿਆਂ ਨੂੰ ਸਾਕਾਰ, ਤਾਂ ਪਿਰਾਮਿਡ ਈ ਸਰਵਿਸਿਜ਼ ਕਰ ਰਿਹਾ ਹੈ ਤੁਹਾਡਾ ਇੰਤਜ਼ਾਰ। ਪਿਰਾਮਿਡ ਈ ਸਰਵਿਸਿਜ਼ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ। ਇਸ ਦੀ ਗਵਾਹੀ ਦੇ ਰਹੇ ਹਨ ਉਹ ਹਜ਼ਾਰਾਂ ਵਿਦਿਆਰਥੀ ਜੋ 2013 ਇਨਟੇਕ ਵਿੱਚ ਵਿਦੇਸ਼ ਜਾ ਕੇ ਆਪਣੇ ਪੜ੍ਹਾਈ ਦੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹਨ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 6A ਬਿਹਾਈਂਡ ਕਿੰਗਸ ਹੋਟਲ, ਗੜਾ ਰੋਡ, ਜਲੰਧਰ ਅਤੇ ਕਾਲ ਕਰੋ 7350030006 9216003006। Pyramid E Services, shaping careers.